ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਤਵਾਰੀਖ ਦੀ ਇਸ ਕੜੀ ਦੇ ਵਿੱਚ ਆਪਾਂ ਹੁਣ ਦੂਜੀ ਪਾਤਸ਼ਾਹੀ ਗੁਰੂ ਅੰਗਦ ਸਾਹਿਬ ਦੇ ਜੀਵਨ ਬਾਰੇ ਵਿਚਾਰ ਕਰਾਂਗੇ। ਮੇਰੇ ਨਾਲ ਬੈਠੇ ਹਨ ਡਾਕਟਰ ਹਰਜਿੰਦਰ ਸਿੰਘ ਜੀ ਦਲਗੀਰ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਜੀ ਕਿ ਕਈ ਲੋਕ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਆਖਦੇ ਨੇ ਅਤੇ ਗੁਰੂ ਅੰਗਦ ਸਾਹਿਬ ਜੀ ਨੂੰ ਵੀ ਗੁਰੂ ਅੰਗਦ ਦੇਵ ਆਖਦੇ ਹਨ। ਇਹ ਦੇਵ ਅਤੇ ਸਾਹਿਬ ਵਿੱਚ ਕੀ ਫਰਕ ਹੈ ਅਤੇ ਇਹ ਦੋ ਤਰ੍ਹਾਂ ਦੇ ਨਾਲ ਕਿਉਂ ਨਾਂ ਲਿਆ ਜਾਂਦਾ ਹੈ? ਬੜਾ ਸੋਹਣਾ ਸਵਾਲ ਹੈ ਤੁਹਾਡਾ। ਗੱਲ ਵੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਤਿੰਨਾਂ ਦੇ ਨਾਂ ਨਾਲ ਕੁਝ ਲੋਕ ਦੇਵ ਲਿਖਦੇ ਨੇ। ਪਹਿਲਾਂ ਨਹੀਂ ਸੀ ਲਿਖਦੇ, ਇਹ ਤਕਰੀਬਨ 100 ਸਾਲ ਤੋਂ ਲਿਖਣਾ ਸ਼ੁਰੂ ਕੀਤਾ ਹੈ। 100 ਸਾਲ। ਜਿੱਥੋਂ ਤੱਕ ਮੇਰਾ ਗਿਆਨ ਹੈ, ਭਾਈ ਵੀਰ ਸਿੰਘ ਨੇ ਸਭ ਤੋਂ ਪਹਿਲਾਂ ਦੇਵ ਲਫ਼ਜ਼ ਵਰਤਿਆ, ਕਿਸੇ ਹੋਰ ਨੇ ਨਹੀਂ ਵਰਤਿਆ। ਠੀਕ ਹੈ। ਹੁਣ ਇਹ ਕਾਰਨ ਕੀ ਹੈ, ਉਹਨੇ ਕਿਉਂ ਵਰਤਿਆ, ਇਹੋ ਹੀ ਜਾਣਨ। ਪਰ ਦੇਖੋ, ਸਾਡੇ ਕੋਲ 5 ਜਨਮ ਸਾਖੀਆਂ ਨੇ ਗੁਰੂ ਨਾਨਕ ਸਾਹਿਬ ਬਾਰੇ, ਕਿਸੇ ਵਿੱਚ ਦੇਵ ਲਫ਼ਜ਼ ਨਹੀਂ ਆਉਂਦਾ। ਠੀਕ ਹੈ। ਫਿਰ ਤੁਸੀਂ ਦੇਖੋ, ਸਾਡੇ ਕੋਲ ਸਿੱਖ ਤਵਾਰੀਖ ਦੀਆਂ ਜਿੰਨੀਆਂ ਕਿਤਾਬਾਂ ਨੇ ਸਮੇਤ ਭਾਈ ਸੰਤੋਖ ਸਿੰਘ ਦੇ ਕਿਸੇ 'ਚ ਦੇਵ ਨਹੀਂ ਆਉਂਦਾ, ਗੁਰਸੋਭਾ ਵਿੱਚ ਦੇਵ ਨਹੀਂ ਆਉਂਦਾ, ਭਾਈ ਨੰਦ ਲਾਲ ਦੇਵ ਲਫ਼ਜ਼ ਨਹੀਂ ਵਰਤਦੇ, ਭਾਈ ਗੁਰਦਾਸ ਕਿਸੇ ਗੁਰੂ ਦੇ ਨਾਂ ਨਾਲ ਦੇਵ ਨਹੀਂ ਵਰਤਦਾ। ਫਿਰ ਜਿਹੜੀ ਹੈ ਤਾਂ ਉਹ ਦਸਮ ਗ੍ਰੰਥ 'ਚੋਂ ਜਿਹੜੀ ਚਰਿਤਰੋਪਖਿਆਨ 'ਚੋਂ ਲਈ ਗਈ ਅਰਦਾਸ ਜਿਹੜੀ ਬਣਾਈ ਹੋਈ ਨੇ, ਉਹਦੇ 'ਚ ਵੀ ਕਿਸੇ ਦੇ ਨਾਂ ਨਾਲ ਦੇਵ ਨਹੀਂ। ਤਾਂ ਇਹਦਾ ਮਤਲਬ ਇਹ ਦੇਵ ਯਕੀਨਨ ਜਿਹੜੀ ਕਿ ਇੱਕ ਨਵੀਂ ਕਾਢ ਹੈ, ਇਹ ਕਿਉਂ ਕੱਢੀ ਗਈ ਹੈ ਇਹ ਨਹੀਂ ਕਹਿ ਸਕਦੇ, ਪਰ ਇਹਦਾ ਸ਼ੁਰੂਆਤ ਭਾਈ ਵੀਰ ਸਿੰਘ ਨੇ ਕੀਤਾ, ਜਿਹੜਾ ਕਿ ਬਾਅਦ ਵਿੱਚ ਬਹੁਤ ਸਾਰੇ ਲੋਕਾਂ ਨੇ ਅਪਣਾ ਲਿਆ। ਸੋ ਇਸੇ ਤਰ੍ਹਾਂ ਹੀ ਇੱਕ ਸ੍ਰੀ ਲਫ਼ਜ਼ ਹੈ। ਸ੍ਰੀ ਵੀ ਜਿਹੜਾ ਹੈ ਕਿਸੇ ਥਾਂ 'ਤੇ ਤੁਹਾਨੂੰ ਕਿਸੇ ਗੁਰੂ ਦੇ ਨਾਂ ਨਾਲ ਪੁਰਾਣੀਆਂ ਲਿਖਤਾਂ ਵਿੱਚੋਂ ਨਹੀਂ ਮਿਲਦਾ। ਸਿਰਫ ਉਹਨਾਂ ਜਿਹੜੇ ਪੁਜਾਰੀ ਕਿਸਮ ਦੇ ਬ੍ਰਾਹਮਣੀ ਲੇਖਕ, ਨਿਰਮਲੇ ਲੇਖਕ, ਉਦਾਸੀ ਨੇ, ਉਹਨਾਂ ਦੀ ਰਚਨਾਵਾਂ ਨੂੰ ਛੱਡ ਕੇ ਕਿਸੇ ਸਿੱਖ ਨੇ ਕਿਸੇ ਗੁਰੂ ਦੇ ਨਾਂ ਨਾਲ ਸ੍ਰੀ ਨਹੀਂ ਵਰਤਿਆ। ਗੁਰਬਾਣੀ ਵਿੱਚ ਸ੍ਰੀ ਲਫ਼ਜ਼ ਆਉਂਦਾ ਹੈ, ਪਰ ਉਹ ਸ੍ਰੀ ਉਦੋਂ ਆਉਂਦਾ ਹੈ ਜਦੋਂ ਆਮ ਦੇਵੀ ਦੇਵਤਿਆਂ ਦੇ ਨਾਲੋਂ ਰੱਬ ਨੂੰ ਡਿਫਰੈਂਸ਼ੀਏਟ ਕਰਨਾ ਹੋਵੇ, ਵੱਖਰਾ ਕਰਨਾ ਹੋਵੇ। ਸ੍ਰੀ ਗੁਰਦੇਵ ਇਹ ਨਮः, ਉਹ ਅਕਾਲ ਪੁਰਖ ਵਾਸਤੇ ਸ੍ਰੀ ਵਰਤਿਆ ਜਾਂਦਾ ਹੈ, ਕਿਉਂਕਿ ਬਾਕੀ ਦੇਵਤਿਆਂ ਦੇ ਮੁਕਾਬਲੇ ਸ੍ਰੀ ਮੀਨਸ ਪਹਿਲਾ। ਤੋ ਇਹ ਹੈ ਕਹਾਣੀ। ਇੱਕ ਮਿਸਾਲ ਆਮ ਤੌਰ 'ਤੇ ਦੇ ਦਿੰਦੇ ਹਨ ਵੀ ਚਲੋ ਗੁਰੂ ਨਾਨਕ ਸਾਹਿਬ ਨਾ ਸਹੀ, ਗੁਰੂ ਅੰਗਦ ਸਾਹਿਬ ਨਾ ਸਹੀ, ਗੁਰੂ ਅਰਜਨ ਸਾਹਿਬ ਦੇ ਨਾਂ ਨਾਲ ਆਉਂਦਾ ਹੈ ਭੱਟਾਂ ਦੇ ਸਵੇਆਂ 'ਚ ਜਪਿਓ ਜੀ ਨਰਜਨ ਦੇਵ ਗੁਰੂ ਤਿੰਨ ਸੰਕਟ ਜੋ ਗਰਭ ਨਹੀਂ ਆਇਓ। ਉਹ ਅਸਲ 'ਚ ਇਹਦਾ ਉਚਾਰਨ ਹੀ ਗਲਤ ਹੈ। ਉਹ ਇਸ ਤਰ੍ਹਾਂ ਹੈ, ਜਪਿਓ ਜਿਨ ਅਰਜਨ ਦੇਵ ਗੁਰੂ। ਦੇਵ ਜਿਹੜਾ ਗੁਰੂ ਦਾ ਹਿੱਸਾ ਹੈ, ਗੁਰਦੇਵ ਹੈ, ਜਿਹਨੇ ਗੁਰਦੇਵ ਨੂੰ ਜਪਿਆ, ਗੱਲ ਇਹਦੀ ਹੈ, ਗੁਰਦੇਵ ਦੀ ਹੈ। ਅਰਜਨ ਦੇ ਨਾਂ ਨਾਲ ਦੇਵ ਨਹੀਂ ਹੈ, ਗੁਰੂ ਦੇ ਨਾਂ ਨਾਲ ਦੇਵ ਹੈ, ਗੁਰਦੇਵ। ਅਤੇ ਗੁਰਦੇਵ ਲਫ਼ਜ਼ ਸਾਡੇ ਗੁਰਬਾਣੀ ਵਿੱਚ ਬਹੁਤ ਸਾਰੀਆਂ ਜਗ੍ਹਾ 'ਤੇ ਮਿਲਦਾ ਹੈ। ਸੋ ਇਹ ਦੇਵ ਦਾ ਜਿਹੜਾ ਐਡੀਸ਼ਨ ਹੈ ਗੁਰੂਆਂ ਦੇ ਨਾਂ ਨਾਲ, ਇਹ ਬਹੁਤ ਬਾਅਦ ਦੀ ਹੈ, ਤਕਰੀਬਨ 150 ਸਾਲ ਪੁਰਾਣੀ ਹੈ। ਸਾਨੂੰ ਇਹ ਨਹੀਂ ਵਰਤਣੀ ਚਾਹੀਦੀ। ਬਾਕੀ ਵੀਰ ਜੀ, ਜੇ ਮਾਪਿਆਂ ਵੱਲੋਂ ਨਾਂ ਰੱਖਿਆ ਹੋਵੇ ਤਾਂ ਆਪਾਂ ਮੰਨ ਸਕਦੇ ਹਾਂ ਕਿ ਦੇਵ ਲਫ਼ਜ਼ ਲਾਤਾ ਹੋਏਗਾ ਕਿਸੇ ਨੇ, ਪਰ ਅੰਗਦ ਨਾਮ ਤਾਂ ਗੁਰੂ ਨਾਨਕ ਨੇ ਦਿੱਤਾ ਉਹਨਾਂ ਨੂੰ, ਇਸ ਲਈ ਇਹ ਗੱਲ ਕੋਈ ਜੱਚਦੀ ਨਹੀਂ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਗੁਰੂ ਅੰਗਦ ਸਾਹਿਬ ਦਾ ਪਹਿਲਾ ਨਾਮ ਭਾਈ ਲਹਿਣਾ ਸੀ। ਜਦੋਂ ਭਾਈ ਫੇਰੂ ਦੇ ਘਰ ਉਹਨਾਂ ਦਾ ਜਨਮ ਹੋਇਆ, ਮਾਤਾ ਰਾਮੋ ਦੇ ਘਰ, ਉਹਨਾਂ ਦੇ ਮਾਤਾ ਦੇ ਨਾਂ ਵੀ ਕਈ ਮਿਲਦੇ ਹਨ। ਇਸ ਤਰ੍ਹਾਂ ਉਹਨਾਂ ਦੇ ਘਰ ਜਦੋਂ ਜਨਮ ਹੋਇਆ 31 ਮਾਰਚ ਅਤੇ 1504 ਦੇ ਦਿਨ ਉਹਨਾਂ ਦਾ ਜਨਮ ਹੋਇਆ। ਇਹ ਜਨਮ ਬਾਰੇ ਵੀ ਸਾਨੂੰ ਜਗ੍ਹਾ ਦਾ ਜਿਹੜਾ ਹੈ ਉਹਦੇ ਬਾਰੇ 2 ਰਾਵਾਂ ਮਿਲਦੀਆਂ ਨੇ। ਇੱਕ ਰਾਏ ਮੁਤਾਬਕ ਉਹਨਾਂ ਦਾ ਜਨਮ ਮੱਤੇ ਦੀ ਸਰਾਂ ਵਿੱਚ ਹੋਇਆ, ਜਿਹਨੂੰ ਹੁਣ ਨਾਗੇ ਦੀ ਸਰਾਂ ਵੀ ਕਹਿੰਦੇ ਆ, ਅਤੇ ਦੂਸਰੇ ਮੁਤਾਬਕ ਹਰੀਕੇ ਵਿੱਚ ਹੋਇਆ। ਹਰੀਕੇ ਵਿੱਚ ਕਿਉਂਕਿ ਗੁਰੂ ਅੰਗਦ ਸਾਹਿਬ ਦੇ ਪਿਤਾ ਭਾਈ ਫੇਰੂ ਜੀ ਜਿਹੜੇ ਉੱਥੋਂ ਛੱਡ ਕੇ ਆ ਗਏ ਸਨ। ਮੱਤੇ ਦੀ ਸਰਾਂ ਕਿਸ ਜ਼ਮਾਨੇ 'ਚ ਬੜਾ ਵੱਡਾ ਸ਼ਹਿਰ ਹੋਇਆ ਕਰਦਾ ਸੀ। ਸਰਾਂ ਤੋਂ ਹੀ ਸਾਨੂੰ ਸਮਝ ਆ ਸਕਦੀ ਹੈ ਵੀ ਜਿਹੜੀ ਸਰਾਂ ਉੱਥੇ ਹੁੰਦੀ ਹੈ ਜਿੱਥੇ ਕਿ ਸੈਂਕੜੇ, ਜੇ ਹਜ਼ਾਰਾਂ ਨਾ ਤਾਂ ਸੈਂਕੜੇ ਲੋਕ ਜ਼ਰੂਰ ਵਸਦੇ ਹੋਣ। ਔਰ ਇਹ ਉੱਥੇ ਹੁੰਦੀਆਂ ਸਨ ਜਿਹੜੀਆਂ GT ਰੋਡ ਹੁੰਦੀਆਂ ਨੇ, ਜਿਸ ਤਰ੍ਹਾਂ ਜਰਨੈਲੀ ਸੜਕਾਂ, ਜਿੱਥੋਂ ਫੌਜਾਂ ਜਾਂ ਵਪਾਰਕ ਕਾਫਲੇ ਲੰਘਦੇ ਹੋਣ। ਕਿਸੇ ਜ਼ਮਾਨੇ 'ਚ ਇਸ ਬੈਲਟ ਵਿੱਚ ਜਿਹੜਾ ਮੱਤੇ ਦੀ ਸਰਾਂ ਹੈ, ਇਹ ਵੀ ਵਪਾਰਕ ਕਾਫਲੇ ਦਾ ਰਸਤਾ ਸੀ, ਅਤੇ ਫੌਜਾਂ ਵੀ ਇੱਧਰੋਂ ਚੱਲਿਆ ਕਰ। ਜਦੋਂ ਤੈਮੂਰ ਨੇ ਹਮਲਾ ਕੀਤਾ 14ਵੀਂ ਸਦੀ ਵਿੱਚ, ਅਤੇ ਉਹਨੇ ਇਸ ਸ਼ਹਿਰ ਨੂੰ ਤਬਾਹ ਕੀਤਾ। ਉਹਦੀ ਤਬਾਹੀ ਤੋਂ ਬਾਅਦ 1398 ਦਾ ਉਹਦਾ ਹਮਲਾ ਹੈ, ਅਤੇ ਉਸ ਤੋਂ ਬਾਅਦ ਜਿਹੜੇ ਆਮ ਲੋਕ ਸੀ ਉਹ ਇਸ ਥਾਂ ਨੂੰ ਛੱਡ ਕੇ ਅਤੇ ਵੱਖ-ਵੱਖ ਥਾਵਾਂ 'ਤੇ ਚਲੇ ਗਏ। ਅਤੇ ਭਾਈ ਫੇਰੂ, ਭਾਈ ਲਹਿਣਾ ਦੇ ਪਿਤਾ, ਗੁਰੂ ਅੰਗਦ ਸਾਹਿਬ ਦੇ ਪਿਤਾ, ਇਹ ਜਿਹੜੇ ਨੇ ਹਰੀਕੇ ਜਿਹੜਾ ਪਿੰਡ ਵਿੱਚ ਆ ਗਏ ਨੇ। ਤੋਂ ਹਰੀਕੇ ਵਿੱਚ ਆ ਕੇ ਇਹਨਾਂ ਦਾ ਜਨਮ ਹੋਇਆ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਦੂਜੇ ਸੋਮੇ ਮੁਤਾਬਕ, ਕੁਝ ਸੋਮਿਆਂ ਮੁਤਾਬਕ ਮੱਤੇ ਦੀ ਸਰਾਂ ਵਿੱਚ
ਉਹਨਾਂ ਦਾ ਜਨਮ ਹੋਇਆ ਹੈ। ਤੋ ਬੇਸ਼ੱਕ ਮੱਤੇ ਦੀ ਸਰਾਂ ਜਨਮ ਹਜ਼ਾਰੀਕੇ, ਪਰ ਉਸ ਤੋਂ ਬਾਅਦ ਇਹ ਸਾਰੇ ਉੱਥੋਂ ਛੱਡ ਕੇ ਆ ਗਏ ਨੇ ਤੇ ਬਾਅਦ ਵਿੱਚ ਇਹਨਾਂ ਨੇ ਖਡੂਰ 'ਚ ਆ ਕੇ ਡੇਰੇ ਲਾਏ ਨੇ। ਗੁਰੂ ਅੰਗਦ ਸਾਹਿਬ ਜੀ ਦਾ ਭਾਈ ਲਹਿਣਾ ਜੀ ਦਾ ਗੁਰੂ ਨਾਨਕ ਸਾਹਿਬ ਨਾਲ ਮੇਲ ਕਿਸ ਤਰ੍ਹਾਂ ਹੋਇਆ? ਬੜੀ ਦਿਲਚਸਪ ਕਹਾਣੀ ਹੈ। ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਤੇ ਉਹਨਾਂ ਦੇ ਸਾਥੀ ਅਕਸਰ ਜਵਾਲਾ ਜੀ ਜਿਹੜੀ ਇੱਕ ਜਿੱਥੇ ਅੱਗ ਨਿਕਲਦੀ ਹੈ ਪਹਾੜਾਂ ਵਿੱਚੋਂ ਗੈਸਾਂ ਕਰਕੇ, ਉੱਥੇ ਇੱਕ ਮੰਦਿਰ ਬਣਿਆ ਹੋਇਆ ਤੇ ਉਧਰ ਜਾਇਆ ਕਰਦੇ ਸਨ। ਤੋ ਇੱਕ ਵਾਰੀ ਜਾਂਦੇ ਜਾਂਦੇ ਇਹਦਾ ਰਸਤਾ ਜਿਹੜਾ ਸੀਗਾ ਕਰਤਾਰਪੁਰ ਦੇ ਕੋਲੋਂ ਲੰਘਦਾ ਸੀ, ਦਰਿਆ ਪਾਰ ਕਰਨਾ ਪੈਂਦਾ ਸੀ। ਤੋ ਇੱਕ ਵਾਰੀ ਜਿਹੜਾ ਪਿੰਡ ਦਾ ਜਥਾ ਹੈ ਜਿਹਦੇ ਨਾਲ ਇਹ ਜਾ ਰਹੇ ਸਨ, ਉਹ ਜਾ ਰਿਹਾ ਸੀ ਤੇ ਰਾਤ ਪੈ ਗਈ। ਤੋ ਕਰਤਾਰਪੁਰ ਗੁਰੂ ਨਾਨਕ ਸਾਹਿਬ ਕੋਲ ਠਹਿਰੇ ਤੇ ਗੁਰੂ ਨਾਨਕ ਸਾਹਿਬ ਕੋਲ ਅਕਸਰ ਲੋਕ ਆ ਕੇ ਠਹਿਰਿਆ ਕਰਦੇ ਸਨ, ਯਾਤਰੂ ਵੀ ਤੇ ਹੋਰ ਵੀ ਸਿੱਖ ਠਹਿਰਿਆ ਕਰਦੇ ਸਨ। ਤੇ ਉਹ ਜਦੋਂ ਠਹਿਰੇ ਤੇ ਸ਼ਾਮ ਨੂੰ ਦੀਵਾਨ ਲੱਗਾ ਤੇ ਭਾਈ ਲਹਿਣਾ ਨੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਸੁਣੀਆਂ ਤੇ ਉਹ ਬੜੇ ਮੁਤਾਸਰ ਹੋਏ, ਬੜੇ ਅਸਰਅੰਦਾਜ਼ ਹੋਏ ਤੇ ਉੱਥੇ ਹੀ ਰਹਿਣ ਲੱਗ ਪਏ। ਉਹਨਾਂ ਦੇ ਬਾਕੀ ਸਾਥੀਆਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਜਾਣਾ ਤੇ ਜਾਓ, ਮੈਂ ਤਾਂ ਇੱਥੇ ਗੁਰੂ ਨਾਨਕ ਸਾਹਿਬ ਕੋਲ ਹੀ ਰਹਾਂਗਾ। ਤੇ ਜਿਸ ਦੇਵੀ ਦੇ ਮਸਨੂਈ ਦੇਵੀ ਦੇ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ, ਉਹ ਤਾਂ ਕਦੇ ਨਜ਼ਰ ਆਉਣੀ ਹੈ ਕਿ ਨਹੀਂ ਆਉਣੀ, ਪਰ ਮੈਨੂੰ ਅਸਲ ਪ੍ਰਤੱਖ ਗਿਆਨ ਜਿਹੜਾ ਹੈ ਉਹ ਮਿਲ ਗਿਆ। ਮੈਨੂੰ ਇਸ ਤੋਂ ਵੱਧ ਕਿਸੇ ਹੋਰ ਰੂਹਾਨੀ ਗਿਆਨ ਦੀ ਜ਼ਰੂਰਤ ਨਹੀਂ ਹੈ। ਤੋਂ ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਅਗਲੇ ਸਾਰਾ ਸਮਾਂ ਉੱਥੇ ਹੀ ਰਹਿਣ ਲੱਗ ਪਏ। ਵੀਰ ਜੀ, ਗੁਰੂ ਨਾਨਕ ਸਾਹਿਬ ਨਾਲ ਮਿਲਾਪ ਤੋਂ ਬਾਅਦ ਭਾਈ ਲਹਿਣੇ ਦੇ ਜੀਵਨ ਵਿੱਚ ਕੀ ਬਦਲਾਅ ਆਇਆ? ਗੁਰੂ ਅੰਗਦ ਸਾਹਿਬ ਯਾਨੀ ਭਾਈ ਲਹਿਣਾ ਉਸ ਵੇਲੇ ਤੱਕ ਗੁਰੂ ਨਾਨਕ ਸਾਹਿਬ ਕੋਲ ਰਹਿਣ ਲੱਗ ਪਏ। ਕੁਝ ਦਿਨ ਰਹਿਣ ਮਗਰੋਂ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਕੋਲ ਹੀ ਰਹਿ ਕੇ ਧਰਮ ਦੀ ਪ੍ਰਚਾਰ ਦੀ ਸੇਵਾ ਕਰਨੀ ਹੈ। ਤੋਂ ਆਪਣੇ ਪਿੱਛੋਂ ਕੁਝ ਦਿਨਾਂ ਬਾਅਦ ਪਿੰਡ ਗਏ, ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਕੇ ਆਪ ਗੁਰੂ ਨਾਨਕ ਸਾਹਿਬ ਕੋਲ ਰਹਿਣ ਲੱਗ ਪਏ ਤੇ ਧਰਮ ਪ੍ਰਚਾਰ ਵਿੱਚ ਹਿੱਸਾ ਵੰਡਾਉਣ ਲੱਗ ਪਏ, ਸੇਵਾ ਕਰਨ ਵਿੱਚ ਹਿੱਸਾ ਵੰਡਾਉਣ ਲੱਗ ਪਏ। ਸਭ ਤੋਂ ਵੱਡੀ ਜਿਹੜੀ ਗੱਲ ਸੀ, ਉਹਨਾਂ ਨੇ ਗੁਰਬਾਣੀ ਦਾ ਮੁਤਾਲਿਆ ਕੀਤਾ, ਗੁਰਬਾਣੀ ਦੀ ਪੜ੍ਹਾਈ ਕੀਤੀ, ਸਿੱਖ ਫਲਸਫੇ ਦੀ ਸਮਝ ਲਈ, ਗੁਰੂ ਨਾਨਕ ਸਾਹਿਬ ਕੋ ਗਿਆਨ ਹਾਸਲ ਕੀਤਾ। ਔਰ ਗਿਆਨ ਹਾਸਲ ਕਰਨ ਤੋਂ ਬਾਅਦ ਉਹ ਕੁਝ ਹੀ ਚਿਰ ਵਿੱਚ ਇੰਨੇ ਜ਼ਿਆਦਾ ਮਾਹਿਰ ਹੋ ਗਏ ਸਿੱਖ ਫਲਸਫੇ ਦੇ ਕਿ ਉੱਥੇ ਗੁਰਬਾਣੀ ਦੀ ਕਥਾ ਵੀ ਕਰਨ ਲੱਗ ਪਏ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਚੁਣਿਆ ਸੇਵਾ ਵਾਸਤੇ। ਹਾਂ, ਇਹਦੇ ਬਾਰੇ ਵੀ ਬੜੀ ਸਾਡੇ ਕੋਲ ਵੱਖਰੀ ਕਿਸਮ ਦੀਆਂ ਕਹਾਣੀਆਂ ਮਿਲਦੀਆਂ ਨੇ। ਇੱਕ ਤਾਂ ਇਹ ਵੀ ਜਿਹੜੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਵੱਖਰੇ ਵੱਖਰੀ ਕਿਸਮ ਦੇ ਇਮਤਿਹਾਨ ਲਏ, ਜਿਹੜੇ ਕਿ ਸਾਨੂੰ ਅਜੀਬ ਜਿਹੇ ਜਾਪਦੇ ਨੇ। ਬਈ ਕਰੀ ਗੰਦੇ ਪਾਣੀ 'ਚ ਲੋਟਾ ਸੁੱਟ ਦਿੱਤਾ ਤੇ ਕੱਢ ਕੇ ਲਿਆਉਣ ਲਈ ਕਿਹਾ, ਇਸੇ ਤਰ੍ਹਾਂ ਕਰੀ ਮੁਰਦਾ ਖਾਣ ਵਾਸਤੇ ਕਿਹਾ। ਇਹੋ ਜਿਹੀਆਂ ਕਹਾਣੀਆਂ ਇਹ ਸਾਬਤ ਕਰਨ ਲਈ ਕਿ ਗੁਰੂ ਅੰਗਦ ਸਾਹਿਬ ਸੇਵਾ ਕਰਿਆ ਕਰਦੇ ਸਨ ਗੁਰੂ ਨਾਨਕ ਸਾਹਿਬ ਦੀ ਤੇ ਹਰ ਹੁਕਮ ਮੰਨਣ ਵਾਸਤੇ ਤਿਆਰ ਰਹਿੰਦੇ ਸਨ। ਹਾਲਾਂਕਿ ਇਹ ਗੱਲ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਗੁਰਗੱਦੀ ਦਿੱਤੀ ਹੈ ਤਾਂ ਇਸ ਕਰਕੇ ਨਹੀਂ ਦਿੱਤੀ ਕਿਉਂਕਿ ਉਹ ਸਿਰਫ ਸੇਵਾ ਕਰਦੇ ਸਨ, ਆਈ ਸੰਗਤ ਦੀ ਖਾਲੀ ਸੇਵਾ ਕਰਨਾ ਜਾਂ ਉਹਨਾਂ ਦੇ ਹੁਕਮ ਮੰਨਣਾ ਨਹੀਂ। ਗੁਰੂ ਅੰਗਦ ਸਾਹਿਬ ਸਿੱਖ ਫਲਸਫੇ ਬਾਰੇ ਗੁਰੂ ਨਾਨਕ ਸਾਹਿਬ ਕੋਲੋਂ ਪੂਰਾ ਗਿਆਨ ਹਾਸਿਲ ਕਰ ਚੁੱਕੇ ਸਨ ਤੇ ਉਹਦੀ ਸ਼ਰਤ ਇਹ ਹੁੰਦੀ ਕਿ ਗੁਰਗੱਦੀ ਦੇਣ ਦਾ ਮਤਲਬ ਇਹ ਹੈ ਕਿ ਉਸ ਨੇ ਅੱਗੋਂ ਗਿਆਨ ਨੂੰ ਵੰਡਣਾ ਹੈ। ਜੇ ਬੰਦੇ ਕੋਲ ਗਿਆਨ ਨਹੀਂ ਹੈ ਤੇ ਇਹ ਕੋਈ ਡੇਰਾ ਤਾਂ ਹੈ ਨਹੀਂ ਹੈ ਜਿੱਥੋਂ ਅੱਗੋਂ ਆ ਕੇ ਤੁਸੀਂ ਲੰਗਰ ਦੀ ਸੇਵਾ ਕਰ ਛੱਡੀ, ਰਿਹਾਇਸ਼ ਦੀ ਸੇਵਾ ਕਰ ਛੱਡੀ। ਇਹ ਡੇਰਿਆਂ 'ਚ ਹੁੰਦਾ ਹੈ। ਗੁਰਗੱਦੀ ਦਾ ਮਤਲਬ ਹੈ ਗੁਰੂ ਦੇ ਗਿਆਨ ਨੂੰ ਵੰਡਣ ਦੇ ਕਾਬਿਲ ਹੋਣਾ। ਕਿਸੇ ਵੀ ਗੁਰੂ ਨੇ ਗੁਰਗੱਦੀ ਦਿੱਤੀ ਹੈ, ਭਾਵੇਂ ਗੁਰੂ ਅੰਗਦ ਸਾਹਿਬ ਨੇ ਦਿੱਤੀ, ਭਾਵੇਂ ਗੁਰੂ ਅਮਰਦਾਸ ਸਾਹਿਬ ਨੇ ਦਿੱਤੀ ਹੈ, ਤਾਂ ਉਹ ਇਸੇ ਸ਼ਰਤ ਦਿੱਤੀ ਹੈ ਕਿ ਜਿਹੜਾ ਅਗਲਾ ਜਾਨਨਸ਼ੀਨ ਹੈ ਉਹ ਸਿੱਖੀ ਦਾ ਪ੍ਰਚਾਰ ਕਰਨ ਦੇ ਕਾਬਿਲ ਹੈ, ਸਿੱਖੀ ਦੇ ਫਲਸਫੇ ਨੂੰ ਸਮਝਣ ਦੇ ਕਾਬਿਲ ਹੈ, ਗੁਰਬਾਣੀ ਨੂੰ ਸਮਝ ਸਕਦਾ ਹੈ ਤੇ ਬਾਕੀ ਸਾਰੀਆਂ ਜਿਹੜੀਆਂ ਨੇ ਯੋਗਤਾਵਾਂ ਜਿਹੜੀਆਂ ਨੇ, ਬਾਕੀ ਸਾਰੀਆਂ ਕਾਬਲੀਅਤਾਂ ਨੇ, ਸਾਰੇ ਗੁਣ ਨੇ, ਖੂਬੀਆਂ ਨੇ ਜੋ ਇੱਕ ਗੁਰੂ 'ਚ ਹੋਣੀ ਚਾਹੀਦੀਆਂ, ਉਹ ਉਹਨਾਂ ਵਿੱਚ ਹਨ। ਤਾਂ ਗੁਰਗੱਦੀ ਦਿਆ ਕਰਦੇ ਸਨ। ਇਸੇ ਕਰਕੇ ਭਾਈ ਲਹਿਣਾ ਨੂੰ ਗੁਰਗੱਦੀ ਦਿੱਤੀ ਤੇ ਨਾਲ ਹੀ ਉਹਨਾਂ ਨੂੰ ਨਾਮ ਵੀ ਅੰਗਦ ਦਿੱਤਾ। ਅੰਗਦ ਦਾ ਮਤਲਬ ਹੈ ਮੇਰਾ ਅੰਗ, ਕਿਸੇ ਦਾ ਅੰਗ। ਤੋ ਗੁਰੂ ਨਾਨਕ ਸਾਹਿਬ ਨੇ ਨਾ ਅੰਗਦ ਦੇਵ ਨਹੀਂ ਸੀ ਦਿੱਤਾ, ਖਾਲੀ ਅੰਗਦ ਦਿੱਤਾ ਸੀ ਕਿਉਂਕਿ ਅੰਗਦ ਦੇ ਨਾਲ ਦੇਵ ਦਾ ਉਂਝ ਵੀ ਸੰਬੰਧ ਕੋਈ ਨਹੀਂ। ਤੋ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ, ਨਾਂ ਜਿਹੜਾ ਉਹਨਾਂ ਦਾ ਗੁਰੂ ਅੰਗਦ ਸਾਹਿਬ ਰੱਖਿਆ। ਭਾਈ ਸੱਤਾ ਬਲਵੰਡ ਜੀ ਨੇ ਲਿਖਿਆ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟ ਗਏ। ਬਿਲਕੁਲ, ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦਾ ਹੀ ਰੂਪ ਨੇ। ਬਿਲਕੁਲ ਠੀਕ। ਪਰ ਫਿਰ ਵੀ ਦੇਖੋ ਕਿੰਨੀ ਇਹ ਦਿਲਚਸਪ ਗੱਲ ਆ ਕਿ ਉਹਨਾਂ ਨੇ ਆਪਣਾ ਪ੍ਰਚਾਰ ਕੇਂਦਰ ਖਡੂਰ ਸਾਹਿਬ ਨੂੰ ਚੁਣਿਆ। ਹਾਂ, ਇਹ ਬੜੀ ਅਹਿਮ ਗੱਲ ਹੈ ਕਿ ਗੁਰੂ ਅੰਗਦ ਸਾਹਿਬ ਨੇ ਕਰਤਾਰਪੁਰ ਨੂੰ ਛੱਡ ਕੇ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਸੈਂਟਰ ਬਣਾਇਆ ਸੀ, ਖਡੂਰ ਸਾਹਿਬ ਚਲੇ ਗਏ। ਕਿਉਂ ਚਲੇ ਗਏ?
ਜੇ ਤੇ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਕਿ ਸ੍ਰੀ ਚੰਦ ਨੇ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਬਣਾਉਣ ਦੀ ਨਾਕਾਮਯਾਬ ਕੋਸ਼ਿਸ਼ ਕੀਤੀ। ਉਹ ਕੋਸ਼ਿਸ਼ ਦੇ ਵਿੱਚੋਂ ਇੱਕ ਡੇਰਾ ਪਨਪ ਸਕਦਾ ਸੀ, ਤੇ ਇਹਦਾ ਮਤਲਬ ਜੇ ਗੁਰੂ ਅੰਗਦ ਸਾਹਿਬ ਵੀ ਉੱਥੇ ਰਹਿੰਦੇ ਤਾਂ ਉੱਥੇ ਦੋ ਡੇਰੇ ਕਾਇਮ ਹੋ ਸਕਦੇ ਸਨ। ਲੋਕਾਂ ਨੇ ਦੋਨਾਂ ਨੂੰ ਡੇਰੇ ਸਮਝ ਲੈਣਾ ਸੀ। ਇਸ ਕਰਕੇ ਗੁਰੂ ਅੰਗਦ ਸਾਹਿਬ ਨੇ ਕਰਤਾਰਪੁਰ ਨੂੰ ਛੱਡ ਦਿੱਤਾ, ਤੇ ਜਿਹੜੀ ਜੱਦੀ ਜਾਇਦਾਦ ਸੀ ਗੁਰੂ ਨਾਨਕ ਸਾਹਿਬ ਦੀ ਉਹ ਉਹਨਾਂ ਦੇ ਪੁੱਤਰਾਂ ਦੇ ਹਵਾਲੇ ਕਰਕੇ ਤੇ ਆਪ ਖਡੂਰ ਸਾਹਿਬ ਆ ਗਏ। ਉਸ ਤੋਂ ਦੂਰ, ਕਾਫੀ ਦੂਰ ਆ ਕੇ, ਤਾਂ ਜੋ ਇੱਕ ਸਿੱਖੀ ਦਾ ਨਵਾਂ ਸੈਂਟਰ ਕਾਇਮ ਕਰ ਸਕਣ। ਖਡੂਰ ਸਾਹਿਬ ਦੀ ਅਹਿਮੀਅਤ ਇਸ ਕਰਕੇ ਵੀ ਹੈ ਕਿ ਉਹ ਰਾਵੀ ਦਰਿਆ ਦੇ ਕੋਲ ਸੀ ਤੇ ਇਹ ਬਿਆਸ ਦਰਿਆ ਦੇ ਕੋਲ ਸੀ। ਦੋਨਾਂ ਵਿੱਚ ਬਹੁਤ ਵੱਡਾ ਫਾਸਲਾ ਸੀ, ਤਾਂ ਜੋ ਸੰਗਤ ਕਨਫਿਊਜ਼ ਹੋ ਕੇ ਗਲਤੀ ਨਾਲ ਕੁਝ ਉੱਧਰ ਨਾ ਜਾ ਸਕੇ ਤੇ ਇੱਧਰ ਨਾ ਜਾ ਸਕੇ। ਇੱਕੋ ਹੀ ਸਿੱਖੀ ਦਾ ਸੈਂਟਰ ਮੰਨਿਆ ਜਾਏ, ਜਿਸ ਨੇ ਬਾਅਦ ਵਿੱਚ ਜਾ ਕੇ ਬਹੁਤ ਵੱਡਾ ਫਾਇਦਾ ਦਿੱਤਾ ਤੇ ਸਿੱਖੀ ਦਾ ਇੱਕੋ ਹੀ ਸੈਂਟਰ ਕਾਇਮ ਰਹਿਣ ਦਿੱਤਾ। ਠੀਕ ਹੈ ਵੀਰ ਜੀ, ਇੱਥੇ ਬਹੁਤ ਮਹਾਨ ਕੰਮ ਹੋਏ, ਜਿਨ੍ਹਾਂ ਵਿੱਚੋਂ ਆਪਾਂ ਸਭ ਤੋਂ ਪਹਿਲਾਂ ਗੁਰਮੁਖੀ ਲਿਪੀ ਦੀ ਗੱਲ ਕਰੀਏ। ਗੁਰੂ ਅੰਗਦ ਸਾਹਿਬ ਜੀ ਨੇ ਗੁਰਮੁਖੀ ਲਿਪੀ ਲਈ ਕੀ ਕੰਮ ਕੀਤਾ? ਆਮ ਤੌਰ ਤੇ ਗੁਰੂ ਅੰਗਦ ਸਾਹਿਬ ਦਾ ਨਾਮ ਗੁਰਮੁਖੀ ਲਿਪੀ ਨਾਲ ਹੀ ਜੋੜਿਆ ਜਾਂਦਾ ਹੈ, ਵੀ ਇਸ ਦੇ ਕ੍ਰੀਏਟਰ ਜਿਹੜੇ ਸਨ, ਇਸ ਨੂੰ ਬਣਾਉਣ ਵਾਲੇ ਗੁਰੂ ਅੰਗਦ ਸਾਹਿਬ ਸਨ। ਹਾਲਾਂਕਿ ਇਹ ਗੱਲ ਨਹੀਂ ਹੈ। ਗੱਲ ਇਹ ਵੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਆਪਣੀ ਬਾਣੀ ਲਿਖੀ ਹੈ, ਜਾਂ ਜਿਹੜੀ ਬਾਣੀ ਉਹ ਉੱਥੋਂ ਲਿਖ ਕੇ ਲਿਆਏ ਨੇ ਭਗਤਾਂ ਦੀ, ਜਿਹੜੇ ਜਿੱਥੇ ਜਿੱਥੇ ਮਿਲਦੇ ਰਹੇ ਨੇ, ਜਾਂ ਫਰੀ ਜਿੰਨੀ ਵੀ ਬਾਣੀ ਹੈ ਉਹ ਲਿਖ ਕੇ ਲਿਆਏ, ਉਹ ਕਿਸੇ ਲਿਪੀ 'ਚ ਲਿਖੀ ਹੋਏਗੀ। ਗੁਰੂ ਨਾਨਕ ਸਾਹਿਬ ਨੇ ਜਦੋਂ ਆਪ ਪੜ੍ਹਾਈ ਸ਼ੁਰੂ ਕੀਤੀ, ਸਿੱਧੋਂ ਆਇਆ ਲਿਪੀ ਉਹਨਾਂ ਨੇ ਸਿੱਖੀ, ਜਿਹੜੀ ਕਿ ਪੰਜਾਬੀ ਦਾ ਮੂਲ ਰੂਪ ਸੀਗੀ, ਜਿਹਦੇ 'ਚ ਬਾਅਦ 'ਚ ਲਗਾ ਮਾਤਰਾ ਪਾ ਕੇ ਤੇ ਪੂਰਨ ਇਸ ਨੂੰ ਇੱਕ ਪ੍ਰੋਪਰ ਰੂਪ ਦਿੱਤਾ ਗਿਆ। ਫਿਰ ਟਾਕਰੀ, ਠਾਕਰੀ, ਸ਼ਾਰਦਾ, ਇਹ ਜਿਹੜੀਆਂ ਪੁਰਾਣੀਆਂ ਖਰੋਸ਼ਟੀ, ਬ੍ਰਹਮੀ, ਉਹਦੇ 'ਚ ਸਾਡੇ ਕੋਲ ਲਫ਼ਜ਼ ਅੱਖਰ ਮਿਲਦੇ ਨੇ, ਹਰਫ ਮਿਲਦੇ ਨੇ, ਜਿਹੜੇ ਕਿ ਗੁਰਮੁਖੀ ਦੇ ਵਿੱਚ ਮੌਜੂਦ ਨੇ। ਸੋ ਇਹ ਲਿਪੀ ਜਿਹੜੀ ਹੈ ਇੱਕ ਰੂਪ ਵਿੱਚ ਪਹਿਲਾਂ ਮੌਜੂਦ ਸੀ, ਤੇ ਗੁਰੂ ਅੰਗਦ ਸਾਹਿਬ ਨੇ ਇਸ ਨੂੰ ਫਾਰਮਲਾਈਜ਼ ਕੀਤਾ। ਇਸ ਨੂੰ ਜਥੇਬੰਦ ਜਿੱਦਾਂ ਕਰੀਦਾ ਨਾ ਕਿਸੇ ਚੀਜ਼ ਨੂੰ, ਇਹਨੂੰ ਇੱਕ ਸਿਸਟਮ ਦਿੱਤਾ। ਇਹ ਸਿਸਟਮ ਦੇ ਕੇ ਉਹਨਾਂ ਨੇ ਇਹਦੇ 35 ਅੱਖਰ ਤੇ ਕੰਨਾ, ਸਿਹਾਰੀ, ਬਿਹਾਰੀ ਜਿਹੜੇ ਸਵਰ ਜਿਹੜੇ ਨੇ ਉਹ ਵੀ ਜਿਹੜੇ ਕਾਇਮ ਕਰਕੇ ਤੇ ਇਸ ਨੂੰ ਇੱਕ ਸਾਹਿਤਕ ਲਿਪੀ ਦੇ ਰੂਪ ਵਿੱਚ ਕਾਇਮ ਕੀਤਾ। ਇਹ ਹੈ ਗੁਰੂ ਅੰਗਦ ਸਾਹਿਬ ਦੀ ਕੰਟਰੀਬਿਊਸ਼ਨ। ਔਰ ਇਹ ਦਾ ਬੜਾ ਵੱਡਾ ਫਾਇਦਾ ਹੋ ਗਿਆ ਕਿ ਸਿੱਖ ਜਿਹੜੇ ਨੇ ਉਹ ਇੱਕ ਲਿਪੀ ਨਾਲ ਬੱਝੇ ਹੋਣ ਕਰਕੇ ਇੱਕ ਯੂਨਾਈਟਿਡ ਕੌਮ ਵਾਲਾ ਜਿਹੜਾ ਉਹਦਾ ਸ਼ੁਰੂਆਤ ਇੱਥੋਂ ਬਣ ਚੁੱਕੀ ਸੀ। ਬਿਲਕੁਲ ਵੀਰ ਜੀ, ਨਾਲੇ ਪੰਜਾਬੀ ਦੇ ਨਾਲ ਅਪਣੱਤ ਵੀ ਪੈਦਾ ਹੋ ਗਈ ਕਿ ਗੁਰਮੁਖੀ ਗੁਰੂਆਂ ਦੇ ਨਾਲ ਜੁੜੀ ਹੋਈ ਚੀਜ਼ ਹੈ ਇੱਕ। ਫਿਰ ਗੁਰੂ ਸਾਹਿਬਾਨ ਨੇ ਇਹਦਾ ਪ੍ਰਚਾਰ ਕਰਨ ਦੇ ਲਈ ਇਹ ਵੀ ਕਿਹਾ ਜਾਂਦਾ ਕਿ ਆਪਣੇ ਹੱਥੀਂ ਕਾਇਦੇ ਲਿਖ ਕੇ ਦਿੱਤੇ ਬੱਚਿਆਂ ਨੂੰ ਖੁਦ ਸਿਖਾਉਂਦੇ ਸੀ। ਬਿਲਕੁਲ ਠੀਕ ਹੈ। ਗੁਰੂ ਅੰਗਦ ਸਾਹਿਬ ਨੇ ਗੁਰਮੁਖੀ ਲਿਪੀ ਦੇ ਕਾਇਦੇ ਵੀ ਤਿਆਰ ਕੀਤੇ ਔਰ ਇਸ ਤਰ੍ਹਾਂ ਬੱਚਿਆਂ ਵਾਸਤੇ ਕਲਾਸਾਂ ਵੀ ਲਾਈਆਂ। ਉੱਥੇ ਸਕੂਲ ਚੱਲਦਾ ਸੀ। ਮੇਰਾ ਅੰਦਾਜ਼ਾ ਇਹ ਹੈ ਵੀ ਜੇਕਰ ਆਪਾਂ 15ਵੀਂ 16ਵੀਂ ਸਦੀ ਦੀ ਹਿਸਟਰੀ ਵੇਖੀਏ ਤਾਂ ਪਹਿਲਾ ਪ੍ਰੋਪਰ ਫਾਰਮਲ ਸਕੂਲ ਗੁਰੂ ਅੰਗਦ ਸਾਹਿਬ ਨੇ ਕਾਇਮ ਕੀਤਾ ਹੈ। ਪੰਜਾਬ ਦੀ ਧਰਤੀ ਤੇ ਮਦਰਸੇ ਸਨ, ਸਕੂਲ ਨਹੀਂ ਸਨ। ਪਹਿਲਾ ਸਕੂਲ ਜਿਹੜਾ ਹੈ ਇਹ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਸਾਹਿਬ ਨੇ ਕਾਇਮ ਕੀਤਾ ਹੈ। ਸੋ ਐਜੂਕੇਸ਼ਨ ਦੇ ਸਿਸਟਮ, ਪ੍ਰੈਜ਼ੈਂਟ ਸਿਸਟਮ ਦੇ ਮੋਢੀ ਆਪਾਂ ਨੂੰ ਗੁਰੂ ਅੰਗਦ ਸਾਹਿਬ ਨੂੰ ਮੰਨਣਾ ਪਵੇਗਾ। ਤਾਂ ਗੁਰੂ ਅੰਗਦ ਸਾਹਿਬ ਨੇ ਕਿਉਂਕਿ ਗੁਰਮੁਖੀ ਲਿਪੀ ਆ ਗਈ ਤੇ ਜਿਹੜੀਆਂ ਕਿਤਾਬਾਂ ਜਿਹੜੀਆਂ ਤਿਆਰ ਕੀਤੀਆਂ ਜਾ ਸਕਦੀਆਂ ਸਨ, ਉਹ ਵੱਧ ਤੋਂ ਵੱਧ ਕਿਤਾਬਾਂ ਤਿਆਰ ਕਰਵਾ ਕੇ ਤੇ ਇਸ ਨੂੰ ਬਾਕੀ ਸੈਂਟਰਾਂ ਵਿੱਚ ਵੀ ਸਿੱਖਣ ਦੇ ਵਾਸਤੇ ਇੱਕ ਸਿਸਟਮ ਕਾਇਮ ਕਰ ਦਿੱਤਾ। ਸੋ ਇਹ ਬੜੀ ਵੱਡੀ ਕੰਟਰੀਬਿਊਸ਼ਨ ਹੈ ਗੁਰੂ ਅੰਗਦ ਸਾਹਿਬ ਦੀ। ਇੱਕ ਹੋਰ ਬੜੀ ਵੱਡੀ ਕੰਟਰੀਬਿਊਸ਼ਨ ਹੈ ਗੁਰੂ ਅੰਗਦ ਸਾਹਿਬ ਦੀ ਕਿ ਜਦੋਂ ਲਿਪੀ ਇੱਕ ਸਿਸਟਮ ਸਾਡੇ ਕੋਲ ਐਸਟੈਬਲਿਸ਼ ਹੋ ਗਿਆ, ਔਰ ਇੱਕ ਮੈਂ ਇਹ ਵੀ ਦੱਸਣੀ ਚਾਹਾਂਗਾ ਕਿ ਪੰਜਾਬੀ ਜ਼ਬਾਨ ਲਿਖਣ ਵਾਸਤੇ, ਪੰਜਾਬੀ ਬੋਲੀ ਨੂੰ ਲਿਖਣ ਵਾਸਤੇ ਸਿਰਫ ਗੁਰਮੁਖੀ ਲਿਪੀ ਹੀ ਸਭ ਤੋਂ ਜ਼ਿਆਦਾ ਸਹੀ ਹੈ। ਜੇ ਤੁਸੀਂ ਇਸ ਨੂੰ ਫਾਰਸੀ ਖੱਤ ਜਾਂ ਅਰਬੀ ਖੱਤ, ਜਿਹਨੂੰ ਆਪਾਂ ਉਰਦੂ ਕਹਿ ਛੱਡਦੇ ਹਾਂ, ਉਹਦੇ ਵਿੱਚ ਲਿਖੀਏ ਤਾਂ ਬਹੁਤ ਸਾਰੇ ਲਫ਼ਜ਼ ਨੇ ਜਿਹੜੇ ਉਸ ਵਿੱਚ ਨਹੀਂ ਲਿਖੇ ਜਾ ਸਕਦੇ। ਉਹ ਸੀ ਹਰਫੀ ਜਿਹੜੇ ਨਾ ਉਹਨਾਂ ਦੇ ਨਾਲ ਨਹੀਂ ਲਿਖੀ ਜਾ ਸਕਦੇ। ਜਿਹੜੀ ਨਾਗਰੀ ਹੈ, ਜਿਹਨੂੰ ਕਈ ਦੇਵਨਾਗਰੀ ਵੀ ਕਹਿ ਦਿੰਦੇ ਆ, ਭਾਵੇਂ ਉਹਦੇ 'ਚ 52 ਸਵਰ ਤੇ ਵਿਅੰਜਨ ਨੇ, ਉਹਦੇ 'ਚ ਗੁਰਬਾਣੀ ਦੇ ਕਈ ਅੱਖਰ ਨਹੀਂ ਲਿਖੇ ਜਾ ਸਕਦੇ। ਪ੍ਰੋਫੈਸਰ ਪ੍ਰੇਮ ਪ੍ਰਕਾਸ਼ ਨੇ ਆਪਣੀ ਕਿਤਾਬ ਵਿੱਚ ਇਹ ਸਾਬਿਤ ਕੀਤਾ ਹੈ ਕਿ ਨਾਗਰੀ ਔਰ ਫਾਰਸੀ ਅਰਬੀ ਜਿਹੜੇ ਆ ਉਹ ਪੰਜਾਬੀ ਲਿਖਣ ਦੇ ਕਾਬਿਲ ਨਹੀਂ ਹਨ। ਨਾ ਹੀ ਸਾਡੇ ਕੋਲ ਰੋਮਨ ਜਿਹੜੀ ਹੈ 26 ਨੇ, ਜਿਹਦੇ 'ਚ ਸਾਰੇ ਲੈਟਰ, ਉਹਦੇ ਨਾਲ ਵੀ ਆਪਾਂ ਪੰਜਾਬੀ ਨੂੰ ਪ੍ਰੋਪਰਲੀ ਨਹੀਂ ਲਿਖ ਸਕਦੇ। ਸੋ ਜਦੋਂ ਇੱਕ ਸਿਸਟਮ ਬਣ ਗਿਆ ਗੁਰੂ ਅੰਗਦ ਸਾਹਿਬ ਵੇਲੇ, ਤਾਂ ਉਹਨਾਂ ਨੇ ਸਭ ਤੋਂ ਅਹਿਮ ਕੰਮ ਜਿਹੜਾ ਸਕੂਲ ਤੋਂ ਸਿਵਾ ਜਿਹੜਾ ਕੀਤਾ ਉਹ ਸੀ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਲਿਖਵਾਉਣ ਦਾ। ਸਿਰਫ ਗੁਰਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਦੇ ਗਏ ਸਨ, ਉਸ ਦੀਆਂ ਕਾਪੀਆਂ ਤਿਆਰ ਕੀਤੀਆਂ, ਸਿਲੇਬਸ ਤਿਆਰ ਕੀਤੇ ਤੇ ਇਹਦੇ ਨਾਲ ਹੀ ਗੁਰੂ ਨਾਨਕ ਸਾਹਿਬ ਦੀ
ਤਵਾਰੀਖ ਜਿਹੜੀ ਹੈ ਜਨਮ ਦੀ ਉਹ ਵੀ ਲਿਖਵਾਈ ਵੀ ਕਿੱਥੇ ਕਿੱਥੇ ਗਏ। ਅੱਛਾ ਵੀਰ ਜੀ, ਇਹਦਾ ਮਤਲਬ ਸਿੱਖ ਸਿਰਫ ਤਵਾਰੀਖ ਬਣਾਉਂਦੇ ਹੀ ਨਹੀਂ, ਉਸ ਨੂੰ ਸਾਂਭਦੇ ਵੀ ਹੈ। ਬਿਲਕੁਲ, ਮੇਰੇ ਹਿਸਾਬ 'ਚ ਗੁਰੂ ਅੰਗਦ ਸਾਹਿਬ ਪੰਜਾਬ ਦੇ ਪਹਿਲੇ ਮੁਕਾਮੀ ਲੋਕਲ ਹਿਸਟੋਰੀਅਨ ਸਨ। ਕਿਸੇ ਨੇ ਉਸ ਤੋਂ ਪਹਿਲਾਂ ਪੰਜਾਬ ਦੀ ਹਿਸਟਰੀ, ਸਿੱਖਾਂ ਦੀ ਹਿਸਟਰੀ ਤਾਂ ਖੈਰ ਬਾਅਦ ਦੀ ਗੱਲ ਹੈ, ਪੰਜਾਬ ਦੀ ਪੁਰਾਣੀ ਹਿਸਟਰੀ ਵੀ ਕਿਸੇ ਨੇ ਪੰਜਾਬੀ ਨੇ ਨਹੀਂ ਲਿਖੀ। ਸੋ ਗੁਰੂ ਅੰਗਦ ਸਾਹਿਬ ਜਿੱਥੇ ਸਕੂਲਾਂ ਦੇ ਮੋਢੀ ਸਨ, ਜਿੱਥੇ ਇੱਕ ਲਿਪੀ ਦੇ ਆਰਗੇਨਾਈਜ਼ਰ ਸਨ, ਇੱਥੇ ਉਹ ਇੱਕ ਹਿਸਟੋਰੀਅਨ ਵੀ ਸਨ। ਅੱਛਾ ਵੀਰ ਜੀ, ਇਹਦੇ ਨਾਲ ਇੱਕ ਹੋਰ ਵੀ ਗੱਲ ਜੁੜੀ ਹੋਈ ਹੈ ਕਿ ਗੁਰੂ ਮਹਾਰਾਜ ਜੀ ਨੇ ਜਿੱਥੇ ਇਤਿਹਾਸ ਲਿਖਵਾਇਆ, ਬੱਚਿਆਂ ਨੂੰ ਸਿੱਖਿਆ ਦਿੱਤੀ, ਉਹ ਇਸ ਕੰਮ ਪ੍ਰਤੀ ਇੰਨਾ ਸਮਰਪਿਤ ਸੀ ਕਿ ਉਹਨਾਂ ਨੇ ਹਮਾਯੂ ਬਾਦਸ਼ਾਹ ਦੀ ਵੀ ਪਰਵਾਹ ਨਹੀਂ ਕੀਤੀ ਜਦੋਂ ਉਹ ਆਇਆ ਚੱਲ ਕੇ। ਬਿਲਕੁਲ, ਸਾਡੇ ਕੋਲ ਇਹ ਵੀ 1552 'ਚ ਗੁਰੂ ਅੰਗਦ ਸਾਹਿਬ ਜਿਹੜੇ ਨੇ ਉਹਨਾਂ ਦੀ ਡੈਥ ਹੁੰਦੀ ਹੈ ਤੇ 1539 ਵਿੱਚ ਉਹਨਾਂ ਨੂੰ ਗੁਰਗੱਦੀ ਮਿਲਦੀ ਹੈ। 13 ਸਾਲ ਦਾ ਸਮਾਂ ਹੈ ਔਰ ਇਸ ਦੇ ਵਿੱਚ ਦੋ ਬੜੀਆਂ ਵੱਡੀਆਂ ਘਟਨਾਵਾਂ ਹੁੰਦੀਆਂ ਨੇ। ਉਹਨਾਂ ਵਿੱਚੋਂ ਜਿਹੜੀ ਹੈ ਸਭ ਤੋਂ ਅਹਿਮ ਘਟਨਾ ਸਿੱਖ ਹਿਸਟਰੀ ਨਾਲ ਜੁੜੀ ਹੈ, ਉਹ ਹੈਗੀ ਹੈ ਸ਼ੇਰ ਸ਼ਾਹ ਸੂਰ ਵੱਲੋਂ ਹਮਾਯੂ ਨੂੰ ਹਰਾਉਣ ਦੀ ਗੱਲ। ਸ਼ੇਰ ਸ਼ਾਹ ਸੂਰ ਨੂੰ ਹਮਾਯੂ ਨੇ ਗੁਰੂ ਅੰਗਦ ਸਾਹਿਬ ਦੇ ਗੱਦੀ ਸੰਭਾਲਣ ਤੋਂ 1 ਸਾਲ ਬਾਅਦ 1540 ਵਿੱਚ ਹਰਾਇਆ। ਤੋ ਹਮਾਯੂ ਹਾਰ ਕੇ ਤੇ ਉੱਥੋਂ ਭੱਜਿਆ ਦਿੱਲੀ ਵੱਲੋਂ, ਤੇ ਰਸਤੇ ਵਿੱਚ ਉਸਨੇ ਜਦੋਂ ਬਿਆਸਾ ਦਰਿਆ ਪਾਰ ਕੀਤਾ ਤੇ ਉੱਥੇ ਉਹਨੂੰ ਪਤਾ ਲੱਗਾ ਵੀ ਖਡੂਰ ਸਾਹਿਬ ਜਿਹੜਾ ਉੱਥੋਂ ਬਹੁਤੀ ਦੂਰ ਨਹੀਂ ਹੈ, ਉੱਥੇ ਗੁਰੂ ਅੰਗਦ ਸਾਹਿਬ ਹਨ। ਉਹ ਗੁਰੂ ਅੰਗਦ ਸਾਹਿਬ ਨੂੰ ਮਿਲਣ ਗਿਆ ਤੇ ਜਦੋਂ ਮਿਲਣ ਗਿਆ ਤੇ ਗੁਰੂ ਸਾਹਿਬ ਬੱਚਿਆਂ ਨੂੰ ਪੜ੍ਹਾਉਣ 'ਚ ਬਿਜ਼ੀ ਸਨ। ਉਹਨਾਂ ਨੇ ਬੱਚਿਆਂ ਨੂੰ ਪੜ੍ਹਾਉਣਾ ਇੰਨਾ ਅਹਿਮ ਸਮਝਿਆ ਕਿ ਬਾਕੀ ਚੀਜ਼ਾਂ ਵੱਲ ਉਹਨਾਂ ਨੇ ਖਿਆਲ ਨਹੀਂ ਦਿੱਤਾ, ਯਾਨੀ ਕੋਈ ਕਿਸੇ ਡਿਸਟਰਬੈਂਸ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ। ਇਹ ਵੀ ਇੱਕ ਡਿਸਟਰਬੈਂਸ ਸੀ ਕਿ ਹਮਾਯੂ ਆਇਆ ਆਪਣੇ ਜਾਹੋ ਜਲਾਲ ਨਾਲ, ਕੁਝ ਫੌਜੀ ਵੀ ਉਹਦੇ ਨਾਲ ਸਨ, ਤੋ ਆ ਕੇ ਗੁਰੂ ਅੰਗਦ ਸਾਹਿਬ ਨੂੰ ਮਿਲਣਾ ਚਾਹੁੰਦਾ ਤੇ ਗੁਰੂ ਅੰਗਦ ਸਾਹਿਬ ਆਪਣੇ ਕੰਮ 'ਚ ਬਿਜ਼ੀ ਹੋਣ ਕਰਕੇ ਉਹਦੇ ਵੱਲ ਧਿਆਨ ਨਾ ਦੇ ਸਕੇ। ਤੇ ਜਦੋਂ ਉਹਨੇ ਦੇਖਿਆ ਵੀ ਮੈਂ ਇੱਕ ਬਾਦਸ਼ਾਹ, ਹਾਲਾਂਕਿ ਹਾਰਿਆ ਹੋਇਆ ਬਾਦਸ਼ਾਹ ਸੀ, ਪਰ ਮੇਰੇ ਵੱਲ ਧਿਆਨ ਨਹੀਂ ਦਿੱਤਾ, ਤਾਂ ਉਸਨੇ ਤਲਵਾਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਗੁਰੂ ਅੰਗਦ ਸਾਹਿਬ ਨੂੰ ਪਤਾ ਲੱਗਾ ਤਾਂ ਕਹਿਣ ਲੱਗੇ ਵੀ ਇਹ ਤਲਵਾਰ ਸ਼ੇਰ ਸ਼ਾਹ ਸੂਰ ਦੇ ਮੁਕਾਬਲੇ ਟੁੱਟਣੀ ਚਾਹੀਦੀ ਸੀ। ਉਦੋਂ ਇਹ ਕਿੱਥੇ ਗਈ ਸੀ। ਘਟਨਾ ਜਿਸ ਤਰ੍ਹਾਂ ਵੀ ਹੈ, ਪਰ ਇਹ ਘਟਨਾ ਦਾ ਮਤਲਬ ਇਹ ਹੈ ਕਿ ਗੁਰੂ ਅੰਗਦ ਸਾਹਿਬ ਵਿੱਦਿਆ ਵਾਸਤੇ, ਬੱਚਿਆਂ ਦੀ ਐਜੂਕੇਸ਼ਨ ਵਾਸਤੇ ਇੰਨੇ ਸਮਰਪਿਤ ਸਨ ਕਿ ਉਹਨਾਂ ਦੇ ਸਾਹਮਣੇ ਹਾਰਿਆ ਹੋਇਆ ਜਾਂ ਜਿੱਤਿਆ ਹੋਇਆ ਰਾਜਾ ਜਿਹੜਾ ਹੈ ਉਹਦੀ ਕੋਈ ਅਹਿਮੀਅਤ ਨਹੀਂ ਸੀ। ਅਹਿਮੀਅਤ ਸੀ ਉਹਨਾਂ ਦੀ ਜਿਨ੍ਹਾਂ ਨੇ ਸਮਾਜ ਨੂੰ ਮੁੜ ਕੇ ਸਿਰਜਣਾ ਹੈ, ਉਹਨਾਂ ਬੱਚਿਆਂ ਦੀ ਸੀ, ਉਹਨਾਂ ਦੀ ਐਜੂਕੇਸ਼ਨ ਦੀ ਸੀ। ਬਿਲਕੁਲ ਵੀਰ ਜੀ, ਬੱਚਿਆਂ ਦੀ ਜਿਹੜੀ ਆਪਾਂ ਭਵਿੱਖ ਦੀ ਸਿਰਜਣਾ ਦੀ ਗੱਲ ਕੀਤੀ, ਉਹਦੇ ਵਿੱਚ ਦੋ ਚੀਜ਼ਾਂ ਦਾ ਵੱਡਾ ਯੋਗਦਾਨ ਹੁੰਦਾ, ਸਿੱਖਿਆ ਤੇ ਸਿਹਤ। ਸਿੱਖਿਆ ਬਾਰੇ ਉਹਨਾਂ ਨੇ ਕਿੰਨਾ ਕੰਮ ਕੀਤਾ, ਆਪਾਂ ਇਹਦੀ ਵਿਚਾਰ ਕੀਤੀ, ਤੇ ਸਿਹਤ ਬਾਰੇ ਉਹਨਾਂ ਨੇ ਕੀ ਪ੍ਰਬੰਧ ਕੀਤੇ, ਬੱਚਿਆਂ ਦੀ ਸਿਹਤ ਨਰੋਈ ਹੋਵੇ, ਇਹਦੇ ਲਈ ਕੀ ਕੁਝ ਕੀਤਾ। ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਵਿੱਚ, ਖਡੂਰ ਸੀ, ਬਾਅਦ 'ਚ ਸਾਹਿਬ ਅਸੀਂ ਲਾ ਲਿਆ। ਸਾਡੀ ਆਦਤ ਹੈ ਵੀ ਅਸੀਂ ਹਰ ਸ਼ਹਿਰ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਵੀ ਸਾਹ ਲਾਉਣ ਦੀ ਆਦਤ ਸਾਨੂੰ ਜਿਹੜੀ ਹੈ ਕੁਝ ਲੇਖਕਾਂ ਨੇ ਪੈਦਾ ਕਰ ਲਈ ਹੈ। ਤੋ ਖਡੂਰ ਵਿੱਚ ਗੁਰੂ ਅੰਗਦ ਸਾਹਿਬ ਨੇ ਮੱਲ ਅਖਾੜਾ, ਮੱਲ ਹੁੰਦਾ ਭਲਵਾਨੀ ਕਰਨਾ, ਅਖਾੜਾ ਹੁੰਦਾ ਥਾਂ ਜਿੱਥੇ ਭਲਵਾਨੀ ਕੀਤੀ ਜਾਂਦੀ ਹੈ। ਇਹ ਨਹੀਂ ਵੀ ਸਿਰਫ ਭਲਵਾਨੀ ਦਾ ਕੰਮ ਹੀ ਹੁੰਦਾ ਸੀ, ਉੱਥੇ ਖੇਡਾਂ ਦਾ ਕੰਮ ਜਿਹੜਾ ਹੋਇਆ ਕਰਦਾ ਸੀ। ਗੁਰੂ ਸਾਹਿਬ ਘੋਲ ਕਰਾਇਆ ਕਰਦੇ ਸੀ, ਬਾਕੀ ਖੇਡਾਂ ਕਰਾਇਆ ਕਰਦੇ ਸਨ। ਤੋ ਉਹ ਖੇਡਾਂ ਦੇ ਵਾਸਤੇ ਜਿਹੜਾ ਮੱਲ ਅਖਾੜਾ ਸੀ, ਉਸ ਦੀ ਸ਼ੁਰੂਆਤ ਜਿਹੜੀ ਹੈ ਗੁਰੂ ਅੰਗਦ ਸਾਹਿਬ ਨੇ ਕੀਤੀ। ਖਾਲੀ ਇੱਕ ਸਕੂਲ ਹੀ ਨਹੀਂ ਕਾਇਮ ਕੀਤਾ, ਸਪੋਰਟਸ ਐਜੂਕੇਸ਼ਨ ਵੀ ਉਹਨਾਂ ਨੇ ਸ਼ੁਰੂ ਕੀਤੀ, ਜਿਹੜੀ ਕਿ ਪੰਜਾਬ ਦੀ ਹਿਸਟਰੀ ਵਿੱਚ, ਕੀ ਦੁਨੀਆ ਦੀ ਹਿਸਟਰੀ ਵਿੱਚ ਵੀ ਅਜੇ ਸਪੋਰਟਸ ਐਜੂਕੇਸ਼ਨ ਨਹੀਂ ਸੀ। ਸਾਡੇ ਕੋਲ ਸਪੋਰਟਸ ਦੀ ਸਭ ਤੋਂ ਪੁਰਾਣੀ ਗੱਲ ਜਿਹੜੀ ਹੈ ਉਹ ਓਲੰਪਿਕ ਦੀ ਮਿਲਦੀ ਹੈ, 1896 ਦੀ ਗੱਲ ਹੈ, ਤੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹ 1540 ਦੀ ਗੱਲ ਹੈ। ਉਸ ਤੋਂ ਦੇਖੋ 300 ਸਾਲ ਪਹਿਲਾਂ ਸਪੋਰਟਸ ਦਾ ਜਿਹੜਾ ਇੱਕ ਸਿਸਟਮ ਹੈ ਸਕੂਲਾਂ ਦੇ ਨਾਲ ਜੋੜਨ ਦਾ ਕੰਮ, ਉਹ ਗੁਰੂ ਅੰਗਦ ਸਾਹਿਬ ਨੇ ਕੀਤਾ। ਸੋ ਗੁਰੂ ਅੰਗਦ ਸਾਹਿਬ ਬੜੇ ਪਾਇਨੀਅਰ ਸਨ। ਪਾਇਨੀਅਰ ਉਹ ਹੁੰਦਾ ਹੈ ਜਿਹੜਾ ਕਿਸੇ ਲਹਿਰ ਨੂੰ ਸ਼ੁਰੂ ਕਰਦਾ ਹੈ। ਉਹਨਾਂ ਨੇ ਹਿਸਟਰੀ ਲਿਖਣ ਦੀ ਲਹਿਰ ਸ਼ੁਰੂ ਕੀਤੀ, ਉਹਨਾਂ ਨੇ ਲਿਪੀ ਜ਼ਬਾਨ ਨੂੰ ਫਾਰਮਲਾਈਜ਼ ਕਰਨ ਦੀ ਲਹਿਰ ਸ਼ੁਰੂ ਕੀਤੀ, ਉਹਨਾਂ ਨੇ ਸਕੂਲ ਸ਼ੁਰੂ ਕੀਤੇ, ਸਪੋਰਟਸ ਐਜੂਕੇਸ਼ਨ ਸ਼ੁਰੂ ਕੀਤੀ, ਔਰ ਇਸ ਸਪੋਰਟਸ ਐਜੂਕੇਸ਼ਨ ਦੇ ਨਾਲ ਜਿਹੜਾ ਹੈ ਬਹੁਤ ਸਾਰੇ ਸਿਹਤਮੰਦ ਜਿਹੜੇ ਬੱਚੇ ਫੀਲਡ ਵਿੱਚ ਆਏ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ 1606 ਵਿੱਚ ਫੌਜ ਬਣਾਈ ਹੈ, ਤੇ ਇੱਕ ਖਿਆਲ ਰੱਖਿਓ ਵੀ ਉਸ ਫੌਜ ਨੂੰ ਬਣਾਉਣ ਵਾਸਤੇ ਜਿਹੜੇ ਨੌਜਵਾਨ ਚਾਹੀਦੇ ਸੀ
ਉਹਦੀ ਜਿਹੜੀ ਸ਼ੁਰੂਆਤ ਹੈ ਉਹ ਵੀ ਮੱਲ ਅਖਾੜੇ ਵਿੱਚੋਂ ਹੋ ਚੁੱਕੀ ਸੀ। ਇਸ ਸਪੋਰਟਸ ਸਿਸਟਮ ਨੇ ਹੀ ਖਾਲਸਾ ਫੌਜ ਨੂੰ ਜਨਮ ਦਿੱਤਾ ਹੈ। ਸੋ ਖਾਲਸਾ ਫੌਜ ਗੁਰੂ ਨਾਨਕ ਦੀ ਸਿੱਖਿਆ ਮੁਤਾਬਕ ਗੁਰੂ ਅੰਗਦ ਸਾਹਿਬ ਦੇ ਮੱਲ ਅਖਾੜੇ ਵਿੱਚੋਂ ਹੁੰਦੀ ਹੋਈ 6ਵੀਂ ਪਾਤਸ਼ਾਹੀ ਦੀ ਜਿਹੜੀ ਹੈ ਖਾਲਸਾ ਫੌਜ ਕਾਇਮ ਕਰਨ ਦੇ ਵੇਲੇ ਤੱਕ ਕਾਇਮ ਹੋਈ। ਇਹ ਸੀ ਗੁਰੂ ਅੰਗਦ ਸਾਹਿਬ ਦੀ ਜਿਹੜੀ ਕਿ ਬਹੁ ਪੱਖੀ ਦੇਣ, ਸਿੱਖਾਂ ਨੂੰ ਵੀ, ਪੰਜਾਬ ਨੂੰ ਵੀ, ਵਿਦਿਆ ਔਰ ਸਪੋਰਟਸ ਦੇ ਖੇਤਰ ਨੂੰ ਵੀ, ਹਿਸਟਰੀ ਦੇ ਖੇਤਰ ਨੂੰ ਵੀ। ਮੈਂ ਤਾਂ ਕਈ ਵਾਰੀ ਦੰਗ ਰਹਿ ਜਾਂਦਾ ਕਿ 13 ਸਾਲ ਦਾ ਸਮਾਂ ਨਹੀਂ ਬਣਦਾ ਗੁਰੂ ਅੰਗਦ ਸਾਹਿਬ ਦਾ। 1539 ਤੋਂ ਲੈ ਕੇ 52 'ਚ ਉਹ ਜੋਤੀ ਜੋਤ ਸਮਾਉਂਦੇ ਨੇ, ਚੜ੍ਹਾਈ ਕਰਦੇ ਨੇ। 13 ਸਾਲ ਵਿੱਚੋਂ ਉਹ ਉੱਠ ਕੇ ਖਡੂਰ ਵੀ ਆਉਂਦੇ ਨੇ ਤੇ ਸਾਰੇ ਪਾਸੇ ਪ੍ਰਚਾਰ ਕਰਨ ਵੀ ਜਾਂਦੇ ਨੇ ਕਈ ਪਾਸੇ। ਤੇ ਇਸ ਸਾਰੇ ਪੀਰੀਅਡ ਵਿੱਚ ਐਡੇ ਵੱਡੇ 5 ਜਿਹੜੇ ਉਹਨਾਂ ਨੇ ਕੰਮ ਅੰਜਾਮ ਕੀਤੇ ਨੇ, ਇਹ ਸੱਚੀ ਮੁੱਚੀ ਆਪਣੇ ਆਪ 'ਚ ਕਮਾਲ ਹੈ। ਤੇ ਹਿਸਟਰੀ ਜਿਹੜੀ ਹੈ ਇਸ ਕਰਕੇ ਹੀ ਉਹਨਾਂ ਨੂੰ ਇੱਕ ਵਿਲੱਖਣ ਮੋਢੀ ਦੇ ਤੌਰ ਤੇ ਯਾਦ ਕਰਦੀ ਹੈ। ਇਸ ਦੇ ਨਾਲ ਹੀ ਵੀਰ ਜੀ ਇੱਕ ਬੜੀ ਹੋਰ ਵਿਲੱਖਣ ਗੱਲ ਆ, ਜੋ ਗੁਰੂ ਅੰਗਦ ਸਾਹਿਬ ਜੀ ਨੇ ਲੰਗਰ ਨੂੰ ਹੋਰ ਵੱਡੇ ਪੱਧਰ ਤੇ ਚਲਾਇਆ ਤੇ ਖਾਸ ਤੌਰ ਤੇ ਆਪਣੀ ਪਤਨੀ ਮਾਤਾ ਖੀਵੀ ਜੀ ਨੂੰ ਲੰਗਰ ਦਾ ਇੰਚਾਰਜ ਬਣਾ ਕੇ ਬੀਬੀਆਂ ਨੂੰ ਵੱਡੀ ਜ਼ਿੰਮੇਵਾਰੀ ਸਾਂਭਣ ਦੇ ਯੋਗ ਬਣਾਇਆ। ਬਿਲਕੁਲ, ਲੰਗਰ ਦਾ ਸਿਸਟਮ ਜਿਹੜਾ ਨਾ ਉਹ 1522 ਤੋਂ ਹੀ ਸਿੱਖ ਜੀਵਨ ਜਾਂਚ ਦਾ ਹਿੱਸਾ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਬਣਾਇਆ, ਖੇਤੀ ਕਰਦੇ ਸਨ, ਜਿਹੜੀ ਉਹਦੇ ਚੋਂ ਪੈਦਾਵਾਰ ਹੁੰਦੀ ਸੀ, ਆਉਣ ਵਾਲੀਆਂ ਸੰਗਤਾਂ ਵੀ ਆਪਣਾ ਹਿੱਸਾ ਪਾਉਂਦੀਆਂ ਹੋਣਗੀਆਂ ਯਕੀਨਨ, ਤਾਂ ਉਹਨਾਂ ਵਾਸਤੇ ਲੰਗਰ ਸ਼ੁਰੂ ਕੀਤਾ ਸੀ ਗੁਰੂ ਨਾਨਕ ਸਾਹਿਬ ਨੇ। ਲੰਗਰ ਦੀ ਸ਼ੁਰੂਆਤ ਤਾਂ ਗੁਰੂ ਨਾਨਕ ਸਾਹਿਬ ਦੀ ਹੈ। ਤੇ ਗੁਰੂ ਅੰਗਦ ਸਾਹਿਬ ਵੇਲੇ ਜਿਹੜਾ ਲੰਗਰ ਸ਼ੁਰੂ ਹੋ ਗਿਆ ਸੀ, ਜਿਸ ਤਰ੍ਹਾਂ ਸੱਤਾ ਤੇ ਬਲਵੰਡ ਨੇ ਜ਼ਿਕਰ ਕੀਤਾ ਹੈ ਮਾਤਾ ਖੀਵੀ ਦਾ, ਉਹਨਾਂ ਦੀ ਪਤਨੀ ਦਾ, ਵੀ ਉਹ ਸਾਧ ਸੰਗਤ ਦੀ ਸੇਵਾ ਕਰਦੇ ਸਨ। ਇਹ ਨਹੀਂ ਵੀ ਜਿੱਦਾਂ ਡੇਰੇਦਾਰ ਨੇ ਅੱਜ ਕੱਲ੍ਹ ਦੇ, ਉਹਨਾਂ ਦੀਆਂ ਘਰ ਵਾਲੀਆਂ ਨੇ ਤਾਂ ਮੋਟੇ ਢਿੱਡ ਉਹਨਾਂ ਦੇ ਆਪਣੇ ਵਧੇ ਹੁੰਦੇ ਤੇ ਇਹਨਾਂ ਦੇ ਵਧੇ ਹੁੰਦੇ ਆ, ਖਾ ਪੀ ਕੇ ਤੇ ਸੁੱਤੇ ਰਹਿੰਦੇ ਆ, ਆਰਾਮ ਕਰਦੇ ਨੇ, ਸੁੱਖ ਦੀਆਂ ਸੇਜਾਂ ਲੈਂਦੇ ਨੇ ਤੇ ਲਾਲ ਬੱਤੀ ਵਾਲੀਆਂ ਕਾਰਾਂ ਸੈਰਾਂ ਕਰਦੇ ਨੇ। ਇਸ ਤਰ੍ਹਾਂ ਨਹੀਂ ਸੀਗਾ। ਪੈਦਲ ਤੁਰਨ ਵਾਲੇ ਗੁਰੂ ਨਾਨਕ ਸਾਹਿਬ, ਖੇਤੀ ਕਰਨ ਵਾਲੇ ਗੁਰੂ ਨਾਨਕ ਸਾਹਿਬ, ਸੰਗਤ ਦੀ ਸੇਵਾ ਗੁਰੂ ਅੰਗਦ ਸਾਹਿਬ ਕਿਸੇ ਵੇਲੇ ਮੁੰਜ ਦੌਣ ਵੀ ਬਣਾਇਆ ਕਰਦੇ ਸਨ, ਵਾਣ ਵੀ ਵਟਦੇ ਹੁੰਦੇ ਸਨ, ਯਾਨੀ ਮਤਲਬ ਸਾਰੀ ਕਿਰਤੀ ਵਾਲਾ ਕੰਮ ਉਹ ਵੀ ਕਰਿਆ ਕਰਦੇ ਸਨ। ਤੇ ਇਹ ਜਿਹੜੀ ਲੰਗਰ ਦੀ ਹੈ ਗੁਰੂ ਨਾਨਕ ਸਾਹਿਬ ਵਾਲੀ ਲਹਿਰ, ਇਸ ਨੂੰ ਗੁਰੂ ਅੰਗਦ ਸਾਹਿਬ ਨੇ ਕੀਤਾ। ਤੇ ਗੁਰੂ ਅੰਗਦ ਸਾਹਿਬ ਦੀ ਘਰ ਵਾਲੀ ਪਤਨੀ ਉਹਨਾਂ ਦੀ ਮਾਤਾ ਖੀਵੀ ਜਿਹੜੀ ਹੈ ਸੰਗਤ ਦੀ ਸੇਵਾ ਕਰਿਆ ਕਰਦੇ ਸਨ। ਇੱਕ ਪਰ ਖਿਆਲ ਰੱਖਣ ਦੀ ਲੋੜ ਹੈ, ਇੱਕ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਕੁਝ ਲੋਕ ਮਾਤਾ ਖੀਵੀ ਦੇ ਨਾਲ ਲੰਗਰ ਵਿੱਚ ਖੀਰ ਘਿਆਲੀ ਦਾ ਜ਼ਿਕਰ ਕਰਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਦੇਸੀ ਘਿਓ ਵਾਲੀ ਖੀਰ ਬਣਾਇਆ ਕਰਦੇ ਸਨ। ਉਹ ਕਹਿੰਦੇ ਵੀ ਜਿਹੜਾ ਅੰਮ੍ਰਿਤ ਵੰਡਿਆ ਜਾਂਦਾ ਹੈ ਉੱਥੇ ਬਾਣੀ ਦਾ, ਉਹ ਇਸ ਤਰ੍ਹਾਂ ਹੈ ਜਿਵੇਂ ਘਿਓ ਵਾਲੀ ਖੀਰ। ਕੁਝ ਲੋਕਾਂ ਨੇ ਇਸ ਲਾਈਨ ਦੇ ਅਰਥ ਗਲਤ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਵੀ ਰਸ ਅੰਮ੍ਰਿਤ ਖੀਰ ਘਿਆਲੀ, ਵੀ ਲੰਗਰ ਦੇ ਵਿੱਚ ਘਿਓ ਵਾਲੀ ਖੀਰ ਵਰਤੀ ਜਾਂਦੀ ਸੀ। ਇਹ ਨਹੀਂ ਹੈ। ਜਿਹੜਾ ਗੁਰਬਾਣੀ ਦਾ ਉੱਥੇ ਅੰਮ੍ਰਿਤ ਵੰਡਿਆ ਜਾਂਦਾ ਸੀ ਉਹ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਘਿਓ ਵਾਲੀ ਖੀਰ ਹੋਵੇ। ਬਾਕੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਮਾਤਾ ਖੀਵੀ ਸਿੱਖੀ ਵਿੱਚ ਮਾਤਾ ਸੁਲੱਖਣੀ ਤੋਂ ਬਾਅਦ, ਮਾਤਾ ਸੁਲੱਖਣੀ ਵੀ ਸੇਵਾ ਕੀਤੀ ਹੈ ਕਰਤਾਰਪੁਰ ਵਿੱਚ ਰਹਿੰਦਿਆਂ, ਤੇ ਬੇਬੇ ਨਾਨਕੀ ਨੇ ਵੀ ਸੇਵਾ ਕੀਤੀ ਕਿਸੇ ਜ਼ਮਾਨੇ ਵਿੱਚ, ਮਾਤਾ ਤ੍ਰਿਪਤਾ ਨੇ ਵੀ ਸੇਵਾ ਕੀਤੀ ਹੈ, ਕਿਉਂਕਿ ਮਾਤਾ ਤ੍ਰਿਪਤਾ ਵੀ ਜਿਹੜੀ ਹੈ ਕਰਤਾਰਪੁਰ ਵਿੱਚ ਆ ਕੇ ਰਹੇ ਨੇ। ਤੋ ਇਹ ਉਸ ਲੜੀ ਨੂੰ ਮਾਤਾ ਖੀਵੀ ਨੇ ਸਭ ਤੋਂ ਅੱਗੇ ਹੋ ਕੇ ਚਲਾਇਆ ਹੈ। ਤੋ ਇਹ ਗੁਰੂ ਅੰਗਦ ਸਾਹਿਬ ਦੇ ਨਾਲ ਨਾਲ ਉਹਨਾਂ ਦੀ ਪਤਨੀ ਦੀ ਵੀ ਸੇਵਾ ਜਿਹੜੀ ਹੈ ਉਹ ਕਬੂਲ ਹੈ। ਕੌਮ ਨੂੰ ਹਿਸਟਰੀ ਵਿੱਚ ਉਹਦਾ ਵੀ ਬੜਾ ਸੋਹਣਾ ਜ਼ਿਕਰ ਹੁੰਦਾ। ਅੱਛਾ ਦਲਗੀਰ ਜੀ, ਇਸੇ ਪਰਿਵਾਰ ਦੇ ਵਿੱਚੋਂ ਬੀਬੀ ਅਮਰੋਜੀ ਹੋਏ ਨੇ ਗੁਰੂ ਅੰਗਦ ਸਾਹਿਬ ਜੀ ਦੀ ਜੋ ਬੇਟੀ ਸੀ, ਤੇ ਗੁਰੂ ਅਮਰਦਾਸ ਜੀ ਦੀ ਭਤੀਜ ਨੂੰਹ ਸੀ, ਤੇ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਨਾਲ ਮਿਲਾਉਣ ਦਾ ਜ਼ਰੀਆ ਵੀ ਉਹ ਬਣੀ। ਬਿਲਕੁਲ। ਤੇ ਤੀਜੇ ਪਾਤਸ਼ਾਹ ਦੀ ਗੱਲ ਚੱਲੀ ਗੁਰੂ ਅਮਰਦਾਸ ਜੀ ਮਹਾਰਾਜ ਦੀ, ਉਹਨਾਂ ਦੇ ਜੀਵਨ ਬਾਰੇ ਕੁਝ ਦੱਸੋ। ਗੁਰੂ ਅਮਰਦਾਸ ਸਾਹਿਬ ਦਾ ਜਨਮ ਬਾਸਰਕੇ ਗਿੱਲਾਂ ਵਿੱਚ ਹੋਇਆ। ਠੀਕ ਹੈ। ਜਿਹਨੂੰ ਪਹਿਲਾਂ ਸਿਰਫ ਬਾਸਰਕੇ ਕਹਿੰਦੇ ਸੀ, ਤੇ ਗਿੱਲ ਬਰਾਦਰੀ ਨੇ ਜਦੋਂ ਇੱਥੇ ਘਰ ਬਣਾ ਲਏ ਤਾਂ ਬਾਸਰਕੇ ਗਿੱਲਾਂ ਦੇ ਨਾਲ ਜੁੜ ਗਿਆ। ਪਿਤਾ ਦਾ ਨਾਂ ਤੇਜਭਾਨ ਸੀ ਤੇ ਮਾਤਾ ਦਾ ਨਾਂ ਲੱਖੋ। ਠੀਕ ਹੈ। ਹੁਣ ਗੁਰੂ ਅਮਰਦਾਸ ਸਾਹਿਬ ਦੀ ਜਨਮ ਤਾਰੀਖ ਬਾਰੇ ਇੱਕ ਬੜਾ ਵੱਡਾ ਮਸਲਾ ਬਣਦਾ ਹੈ। ਸਾਡੇ ਕੋਲ ਕਈ ਕਿਤਾਬਾਂ ਵਿੱਚ 1479 ਉਹਨਾਂ ਦਾ ਜਨਮ ਹੈ, ਯਾਨੀ ਕਿ 25 ਸਾਲ ਵੱਡੇ ਗੁਰੂ ਅੰਗਦ ਸਾਹਿਬ ਤੋਂ। ਤੇ ਜਦ ਕਿ ਸਾਡੇ ਕੋਲ ਬਹੁਤ ਪੁਰਾਣੇ ਸੋਮੇ ਜਿਹੜੇ ਨੇ ਉਹ 1509 ਸਨ ਉਹਨਾਂ ਦਾ ਜਨਮ ਦੱਸਦੇ ਨੇ, ਯਾਨੀ 30 ਸਾਲ ਦਾ ਫਰਕ। ਤੋ ਜਿਹੜੀ ਮੈਂ ਖੋਜ ਕੀਤੀ ਹੈ ਉਹਦੇ ਮੁਤਾਬਕ ਇਹ ਹੈ, ਕੇਸਰ ਸਿੰਘ ਛਿੱਬਰ ਨੇ ਬੜਾ ਸੋਹਣਾ ਲਿਖਿਆ ਹੈ ਕਿ ਗੁਰੂ ਅਮਰਦਾਸ ਜਨਮੇ ਖੱਟ 60। ਖੱਟ 60 ਦਾ ਮਤਲਬ ਹੈ 6 + 60 66। 1566 ਸੰਮਤ
ਤੇ ਜਿਹੜੀ ਕਿ 1509 ਬਣਦੀ ਹੈ। ਹੁਣ ਤੁਸੀਂ ਜਿਹੜਾ ਛੀਕਾ ਹੈ ਗੁਰਮੁਖੀ ਦਾ, ਉਹਨੂੰ ਜੇਕਰ ਥੋੜਾ ਜਿਹਾ ਟੇਢਾ ਹੋ ਜਾਵੇ ਤੇ ਉਹ ਤੀਆ ਬਣ ਜਾਂਦਾ ਹੈ। ਬਿਲਕੁਲ। ਇੱਕ ਲਕੀਰ ਉੱਪਰ ਦੀ ਥਾਂ ਥੱਲੇ ਆ ਜਾਵੇ ਤੇ ਉਹ 6 ਦਾ 3 ਬਣ ਜਾਂਦਾ ਹੈ। ਮੇਰਾ ਅੰਦਾਜ਼ਾ ਹੈ ਵੀ ਜਿਹੜੀ ਗਲਤੀ ਹੋਈ ਹੋਵੇਗੀ ਪਹਿਲੇ ਲੇਖਕ ਕੋਲੋਂ, ਉਹ ਇਸ ਤਰ੍ਹਾਂ ਹੀ ਹੋਏਗੀ ਕਿ ਪਹਿਲਾ ਛੀਕਾ ਤੀਕਾ ਬਣ ਗਿਆ ਹੋਵੇਗਾ ਤੇ 36 ਦੇ ਕਾਰਨ ਉਹ 1479 ਕੈਲਕੂਲੇਟ ਕਰ ਬੈਠੇ, ਜਦ ਕਿ ਅਸਲ ਜਿਹੜਾ ਹੈ 1479 ਦੀ ਥਾਂ ਤੇ 1509 ਹੈ। ਇੱਕ ਹੋਰ ਬੜੀ ਦਿਲਚਸਪ ਗੱਲ ਹੈ, ਜੇਕਰ ਆਪਾਂ 1479 ਦੀ ਗੱਲ ਕਰੀਏ ਤੇ ਫਿਰ ਇਹਦਾ ਮਤਲਬ ਗੁਰੂ ਅਮਰਦਾਸ ਸਾਹਿਬ ਦਾ ਵਿਆਹ ਜਿਹੜਾ ਹੈ 60 ਸਾਲ ਦੀ ਉਮਰ ਤੋਂ ਬਾਅਦ ਹੋਇਆ ਹੈ ਤੇ ਉਹਨਾਂ ਦੇ ਬੱਚੇ ਵੀ 60 ਸਾਲ ਦੀ ਉਮਰ ਤੋਂ ਬਾਅਦ ਹੋਏ ਹਨ। ਇਹ ਇੱਥੋਂ ਹੀ ਥੋੜਾ ਜਿਹਾ ਇੱਕ ਬੰਦਾ ਆਮ ਅੰਦਾਜ਼ਾ ਲਾ ਸਕਦਾ ਹੈ ਕਿ ਜੋ ਸਿਸਟਮ ਬਾਇਓਲੋਜੀਕਲ ਹੈ ਕਿ ਉਹਦੇ 'ਚ ਇਹ ਕੀ ਮੁਮਕਿਨ ਹੈ। ਤੋ ਇਸ ਤਰ੍ਹਾਂ ਮੈਂ ਸਮਝਣਾ ਵੀ ਅਸਲ ਡੇਟ ਜਿਹੜੀ ਹੈ ਉਹ 1509 ਹੀ ਹੈ ਤੇ ਜਿਹੜੀ ਗੁਰੂ ਅਮਰਦਾਸ ਸਾਹਿਬ ਦਾ 95 ਸਾਲ ਦੀ ਉਮਰ ਕਹਿੰਦੇ ਆ ਉਹ ਨਹੀਂ ਹੈ, 65 ਸਾਲ ਹੈ। ਉਂਝ ਵੀ ਜਿਹੜਾ ਕਿਹਾ ਜਾਂਦਾ ਹੈ ਕਿ ਗੁਰੂ ਅੰਗਦ ਸਾਹਿਬ ਦੀ ਉਹ ਸੇਵਾ ਕਰਿਆ ਕਰਦੇ ਸਨ ਜਾਂ ਸੰਗਤ ਦੀ ਸੇਵਾ ਕਰਿਆ ਕਰਦੇ ਸਨ ਤੇ ਉਹ 90 ਸਾਲ ਦੀ ਉਮਰ ਵਿੱਚ ਸੇਵਾ ਕਰਿਆ ਕਰਦੇ ਸਨ ਜਾਂ 70 ਸਾਲ ਦੀ ਉਮਰ ਵਿੱਚ ਸੇਵਾ ਕਰਿਆ ਕਰਦੇ ਸਨ, ਉਹ ਵੀ ਸਹੀ ਨਹੀਂ ਸਾਬਤ ਹੁੰਦਾ, ਕਿਉਂਕਿ ਗੁਰੂ ਅਮਰਦਾਸ ਸਾਹਿਬ ਦਾ ਜਨਮ 1509 ਵਿੱਚ ਆਇਆ ਤੇ ਉਹ ਉਹਨਾਂ ਦੇ ਕੋਲ ਆਉਂਦੇ ਆ 1540 ਤੋਂ ਬਾਅਦ, ਯਾਨੀ ਕਿ 31 ਸਾਲ ਦੀ ਉਮਰ 'ਚ, ਨਾ ਕਿ 61 ਸਾਲ ਦੀ ਉਮਰ ਵਿੱਚ। ਅੱਛਾ ਵੀਰ ਜੀ, ਦੁਨਿਆਵੀ ਤੌਰ ਤੇ ਆਪਾਂ ਦੇਖੀਏ ਤਾਂ ਕੁੜਮਾਚਾਰੀ ਵਾਲੀ ਰਿਸ਼ਤੇਦਾਰੀ ਤੇ ਫਿਰ ਵੀ ਉਹਨਾਂ ਨੇ ਬਹੁਤ ਸੇਵਾ ਕੀਤੀ ਉੱਥੇ ਖਡੂਰ ਸਾਹਿਬ ਰਹਿੰਦਿਆਂ ਹੋਇਆਂ। ਉਹ ਕਿਸ ਤਰ੍ਹਾਂ ਦੀ ਸੇਵਾ ਕੀਤੀ, ਉਹਨਾਂ ਨੇ ਕਿਹੜੀ ਘਾਲਣਾ ਘਾਲੀ ਜਿਸ ਕਾਰਨ ਉਹ ਗੁਰੂ ਅੰਗਦ ਸਾਹਿਬ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਏ? ਗੱਲ ਇਹ ਵੀ ਗੁਰੂ ਅਮਰਦਾਸ ਸਾਹਿਬ ਨੇ ਉਹੀ ਰੋਲ ਕੀਤਾ ਜੋ ਗੁਰੂ ਅੰਗਦ ਸਾਹਿਬ ਨੇ ਕੀਤਾ ਸੀ। ਠੀਕ ਹੈ। ਜਿਵੇਂ ਗੁਰੂ ਅੰਗਦ ਸਾਹਿਬ ਨੇ ਕਰਤਾਰਪੁਰ ਵਿੱਚ ਰਹਿ ਕੇ ਸੇਵਾ ਕੀਤੀ ਸੀ, ਗੁਰਬਾਣੀ ਦੀ ਸਿੱਖਿਆ ਲਈ ਸੀ, ਫਿਲਾਸਫੀ ਸਮਝੀ ਸੀ, ਜਥੇਬੰਦਕ ਸਾਰਾ ਸਿਸਟਮ ਸਮਝਿਆ ਸੀ, ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਨੇ ਭਾਵੇਂ ਕੁੜਮਾਚਾਰੀ ਸੀ, ਕੁੜਮਾਚਾਰੀ ਦਾ ਜਿਹੜਾ ਗੁਰੂ ਘਰ ਵਿੱਚ ਕੋਈ ਰਿਸ਼ਤੇਦਾਰੀਆਂ ਨਹੀਂ ਹੁੰਦੀਆਂ। ਗੁਰੂ ਘਰ ਵਿੱਚ ਤੁਹਾਡਾ ਆਪਣਾ ਕੀਤਾ ਗਿਆ ਰੋਲ ਹੈ ਵੀ ਤੁਸੀਂ ਕਿਸ ਦੇ ਕਾਬਿਲ ਹੋ ਤੇ ਤੁਸੀਂ ਕੀ ਉੱਥੇ ਸੇਵਾ ਕਰਦੇ ਹੋ। ਤਾਂ ਗੁਰੂ ਅਮਰਦਾਸ ਸਾਹਿਬ ਵੀ ਉੱਥੇ ਸੇਵਾ ਕਰਦੇ ਰਹੇ। ਗੁਰੂ ਤੇ ਸਿੱਖ ਵਾਲਾ ਸੰਬੰਧ ਹੈ। ਬਿਲਕੁਲ, ਗੁਰਬਾਣੀ ਦੀ ਸਿੱਖਿਆ ਸਮਝਦੇ ਰਹੇ, ਗੁਰਬਾਣੀ ਲਿਖਦੇ ਪੜ੍ਹਦੇ ਰਹੇ ਤੇ ਉਹਦੀ ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਵੀ ਕਥਾ ਕਰਨ ਲੱਗ ਪਏ ਸਨ, ਉਹ ਵੀ ਉੱਥੇ ਕਥਾ ਕਰਨ ਲੱਗ ਪਏ। ਤੇ ਇੱਕ ਆਮ ਤੌਰ ਤੇ ਜਿਹੜੀ ਕਹਾਣੀ ਸ਼ਾਮਿਲ ਕੀਤੀ ਜਾਂਦੀ ਹੈ ਵੀ ਗੁਰੂ ਸਾਹਿਬ ਨੂੰ ਸਿਰਫ ਸੇਵਾ ਕਰਨ ਬਦਲੇ ਗੱਦੀ ਮਿਲੀ, ਜਿੱਦਾਂ ਕਿ ਗੁਰੂ ਅੰਗਦ ਸਾਹਿਬ ਬਾਰੇ ਵੀ ਕਿਹਾ ਜਾਂਦਾ ਹੈ। ਤਾਂ ਇਹ ਗੱਲ ਸਹੀ ਨਹੀਂ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਗੁਰਗੱਦੀ ਤਾਂ ਹੀ ਮਿਲਦੀ ਹੈ ਜੇ ਸਿੱਖ ਵਿੱਚ ਫਿਲਾਸਫੀ ਨੂੰ ਸਮਝਣ ਦੀ, ਗੁਰਬਾਣੀ ਨੂੰ ਸਮਝਣ ਦੀ, ਸੰਗਤਾਂ ਨਾਲ ਰਾਬਤੇ ਦੀ, ਸੇਵਾ ਦੀ ਸਾਰੀ ਇੱਕ ਸੰਪੂਰਨ ਸ਼ਖਸੀਅਤ ਵਾਲੀਆਂ ਜਿਹਦੇ 'ਚ ਖੂਬੀਆਂ ਹੋਣ ਤਾਂ ਗੁਰਗੱਦੀ ਦਿੱਤੀ ਜਾਂਦੀ ਹੈ। ਗੁਰਗੱਦੀ ਇੱਕ ਨਿੱਕੇ ਜਿਹੇ ਨੁਕਤੇ ਕਰਕੇ ਨਹੀਂ ਦਿੱਤੀ ਜਾਂਦੀ। ਬਿਲਕੁਲ। ਬਾਕੀ ਜਿਹੜੀ ਗੱਲ ਹੈ ਵੀ ਗੁਰੂ ਅਮਰਦਾਸ ਸਾਹਿਬ ਜਿਹੜਾ ਪਾਣੀ ਲਿਆਇਆ ਕਰਦੇ ਸਨ ਬਿਆਸ ਦਰਿਆ ਤੋਂ 10 ਕਿਲੋਮੀਟਰ ਦੂਰ ਤੋਂ ਜਾ ਕੇ, ਤਾਂ ਉਹਦੇ ਵੀ ਦੋ ਪੱਖ ਦੇਖਣੇ ਪੈਣਗੇ ਕਿ ਕੀ ਉਹ ਗੁਰੂ ਸਾਹਿਬ ਦੇ ਇਸ਼ਨਾਨ ਵਾਸਤੇ ਪਾਣੀ ਲਿਆਇਆ ਕਰਦੇ ਸਨ ਜਾਂ ਕੋਈ ਇਹਦਾ ਕੋਈ ਹੋਰ ਮਕਸਦ ਸੀ। ਦੇਖੋ, ਸਾਡੇ ਕੋਲ ਅੱਜ ਵੀ ਖਡੂਰ ਸਾਹਿਬ ਵਿੱਚ ਬੀਬੀ ਅਮਰੋ ਦਾ ਖੂਹ ਹੈ। ਠੀਕ ਹੈ। ਬੀਬੀ ਅਮਰੋ ਗੁਰੂ ਅੰਗਦ ਸਾਹਿਬ ਦੀ ਬੇਟੀ ਸੀ ਤੇ ਜੇਕਰ ਉਸ ਵੇਲੇ ਖੂਹ ਸੀ ਤਾਂ ਮੇਰੇ ਖਿਆਲ ਨਹਾਉਣ ਦੇ ਵਾਸਤੇ ਪਾਣੀ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਸੀ। ਹਾਂਜੀ। ਪਰ ਕਿਉਂਕਿ ਪਾਣੀ ਦੀ ਕਮੀ ਸੀ ਖਡੂਰ ਸਾਹਿਬ ਵਿੱਚ, ਇਸ ਵਾਸਤੇ ਗੁਰੂ ਅਮਰਦਾਸ ਸਾਹਿਬ ਤੇ ਸਾਰੀਆਂ ਸੰਗਤਾਂ ਜਿਹੜੀਆਂ ਉਹ ਜ਼ਰੂਰ ਬਿਆਸ ਦਰਿਆ ਤੋਂ ਪਾਣੀ ਕਿਸੇ ਮਕਸਦ ਵਾਸਤੇ ਲਿਆ ਸਕਦੇ, ਲੰਗਰ ਵਾਸਤੇ, ਜਾਂ ਜੇ ਉੱਥੇ ਕੋਈ ਹੋਰ ਰੈਜ਼ਰਵਾਇਰ ਸਿਸਟਮ ਸੀਗਾ ਤਾਂ ਉੱਥੇ ਲਿਆ ਸਕਦੇ ਨੇ, ਤਾਂ ਇਹ ਲਿਆਂਦੇ ਰਹੇ ਹੋ ਸਕਦੇ ਆ। ਇੱਦਾਂ ਹੀ ਇਸ ਤਰ੍ਹਾਂ ਦੇ ਨਾਲ ਹੀ ਇੱਕ ਹੋਰ ਕਹਾਣੀ ਜੁੜੀ ਹੋਈ ਹੈ। ਉਹ ਕਹਾਣੀ ਹੈ ਵੀ ਗੁਰੂ ਅਮਰਦਾਸ ਸਾਹਿਬ ਪਾਣੀ ਲਿਆ ਰਹੇ ਸੀਗੇ ਹਨੇਰੇ ਵਿੱਚ ਤੇ ਇੱਕ ਜੁਲਾਹੇ ਦੀ ਖੱਡੀ ਦੇ ਨਾਲ ਉਹਨਾਂ ਦਾ ਪੈਰ ਅੜਿਆ ਤੇ ਉਹ ਡਿੱਗ ਪਿਆ ਕਿੱਲੇ ਦੇ ਨਾਲ ਖੱਡੀ ਦੇ ਕਿੱਲੇ ਦੇ ਨਾਲ ਉਹਨਾਂ ਦਾ ਪੈਰ ਅੜਿਆ ਤੇ ਡਿੱਗ ਪਏ ਨੇ। ਇਹ ਕਹਾਣੀ ਆਮ ਤੌਰ ਤੇ ਪ੍ਰਚਾਰੀ ਜਾਂਦੀ ਹੈ ਤੇ ਫਿਰ ਗੁਰੂ ਅਮਰਦਾਸ ਸਾਹਿਬ ਦੇ ਇਸ ਤਰ੍ਹਾਂ ਡਿੱਗਣ ਦੀ ਆਵਾਜ਼ ਦੇ ਨਾਲ ਉਹਦੀ ਘਰਵਾਲੀ ਨੇ ਕਿਹਾ ਵੀ ਇਹ ਤਾਂ ਅਮਰੂ ਨਿਥਾਵਾਂ ਹੋਣਾ ਹੈ। ਜਿਸ ਤਰ੍ਹਾਂ ਕਹਾਣੀ ਹੈ, ਮੈਂ ਨਹੀਂ ਮੰਨਦਾ ਵੀ ਇਸ ਤਰ੍ਹਾਂ ਦੀ ਗੱਲ ਕਿਸੇ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਵਾਸਤੇ ਵੀ ਕੋਈ ਕਹੇ। ਫਿਰ ਉਸ ਤੋਂ ਬਾਅਦ ਉਹਨੂੰ ਸ਼ਰਾਪ ਦਿੱਤਾ। ਇਹ ਤਾਂ ਕਮਲੀ ਹੈ, ਨਾ ਸਿੱਖੀ ਵਿੱਚ ਵਰਤੇ ਸ਼ਰਾਪ ਹੈ ਤੇ ਨਾ ਹੀ ਜਿਹੜਾ ਹੈ ਉਹ ਖਡੂਰ ਸਾਹਿਬ ਵਿੱਚ ਰਹਿਣ ਵਾਲੇ ਸਿੱਖ ਇਸ ਤਰ੍ਹਾਂ ਕਿਸੇ ਗੁਰੂ ਦੇ ਸੇਵਕ ਬਾਰੇ ਕੋਈ ਗੱਲ ਕਰ ਸਕਦੇ ਨੇ। ਇਹ ਕਹਾਣੀਆਂ ਬਾਅਦ ਵਿੱਚ ਬਣਾਈਆਂ ਗਈਆਂ ਨੇ, ਜਿਹਦੇ ਪਿੱਛੇ ਕੀ ਹੈ ਸੀ, ਕੀ ਕਹਾਣੀ ਸੀ, ਕੀ ਕਾਰਨ ਸੀ, ਇਹ ਤਾਂ ਨਹੀਂ ਸਮਝਿਆ, ਪਰ ਇਸ ਤਰ੍ਹਾਂ ਦੀ ਗੱਲ ਨਹੀਂ। ਇੱਕ ਹੋਰ ਕਹਾਣੀ ਗੁਰੂ ਅਮਰਦਾਸ ਸਾਹਿਬ ਦੇ ਨਾਲ ਜੁੜੀ ਹੋਈ ਹੈ ਕਿ ਉਹ ਖੜੇ ਹੋ ਕੇ ਭਗਤੀ ਕਰਿਆ ਕਰਦੇ ਸਨ ਤੇ ਆਪਣੇ ਕੇਸਾਂ ਨੂੰ
ਕਿੱਲੀ ਨਾਲ ਬੰਨ੍ਹ ਲਿਆ ਕਰਦੇ ਸਨ। ਸਿੱਖੀ ਇਹੋ ਜਿਹੀ ਕਿਸੇ ਭਗਤੀ ਨੂੰ ਕਬੂਲ ਨਹੀਂ ਕਰਦੀ। ਸਿੱਖੀ ਵਿੱਚ ਇਸ ਤਰ੍ਹਾਂ ਦੀ ਕੋਈ ਭਗਤੀ ਨਹੀਂ ਜਿਹੜੀ ਖੜੇ ਰਹਿ ਕੇ ਕਰਨੀ ਹੈ, ਜਾਂ ਤੁਸੀਂ ਤੋਤਾ ਰਟਣ ਵਾਲੀ ਗੱਲ ਕਰਨੀ ਹੈ। ਇਹ ਕਰਮ ਕਾਂਡ ਹਨ, ਔਰ ਇਹ ਕਰਮ ਕਾਂਡ ਵੀ ਜਿਹੜੇ ਨੇ ਪੁਜਾਰੀਆਂ ਨੇ, ਪ੍ਰੋਤਾਂ ਨੇ, ਬ੍ਰਾਹਮਣਾਂ ਨੇ ਜਿਹੜੇ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਪਾਸੇ ਵੱਲ ਤੋਰ ਕੇ ਤੇ ਆਪਣਾ ਹਲਵਾ ਮਾਂਡਾ ਬਣਾਉਂਦੇ ਨੇ, ਉਹਨਾਂ ਦੀਆਂ ਘੜੀਆਂ ਹੋਈਆਂ ਨੇ। ਤੋ ਸਿੱਖੀ 'ਚ ਕੇਸਾਂ ਦੀ ਇਸ ਤਰ੍ਹਾਂ ਦੀ ਬੇਅਦਬੀ ਵੀ ਜਿਹੜੀ ਹੈ ਉਹ ਵੀ ਕਬੂਲ ਨਹੀਂ ਹੈ। ਸਿੱਖੀ 'ਚ ਨਾਮ ਜਪਣ ਦਾ ਮਤਲਬ ਹੈ ਕਿ ਹਰ ਵੇਲੇ ਰੱਬ ਤੁਹਾਡੇ ਮਨ ਵਿੱਚ ਵਸਿਆ ਰਵੇ, ਤੁਹਾਨੂੰ ਰੱਬ ਦਾ ਭਾਉ ਹੋਵੇ, ਉਹਦੇ ਵਿਧਾਨ ਵਿੱਚ ਰਹਿ ਕੇ ਆਪਾਂ ਲੋਕਾਈ ਦੀ ਸੇਵਾ ਕਰੀਏ ਤੇ ਦੁਨੀਆ ਵਿੱਚ ਵਿਚਰੀਏ, ਸਮਾਜ ਵਿੱਚ ਵਿਚਰੀਏ। ਇਹ ਹੈ ਨਾਮ ਜਪਣਾ, ਇਹ ਹੈ ਰੱਬ ਦੇ ਨਾਲ ਜੁੜਨਾ, ਇਹ ਹੈ ਰੱਬ ਨੂੰ ਹਰ ਵੇਲੇ ਸਿਮਰਨ ਕਰਨਾ, ਚੇਤੇ ਕਰਨਾ। ਤੋ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਕਈ ਗੁਰੂਆਂ ਨਾਲ ਜੁੜੀਆਂ ਹੋਈਆਂ ਨੇ, ਜਿਹੜੀਆਂ ਕਿ ਵੈਸਟਡ ਇੰਟਰਸਟ ਜਿਹੜੇ ਨੇ, ਜਿਨ੍ਹਾਂ ਦਾ ਕੋਈ ਆਪਣਾ ਦਿਲਚਸਪੀ ਹੈ, ਉਹਨਾਂ ਨੇ ਇਹ ਘੜੀਆਂ ਹੋਣਗੀਆਂ, ਖਾਸ ਕਰਕੇ ਉਦਾਸੀਆਂ ਤੇ ਨਿਰਮਲਿਆਂ ਤੇ ਹੋਰ ਲਿਖਾਰੀਆਂ ਨੇ। ਬਿਲਕੁਲ, ਗੁਰੂ ਨਾਨਕ ਸਾਹਿਬ ਨੇ ਤੇ ਗੁਰੂ ਅੰਗਦ ਸਾਹਿਬ ਨੇ ਜੋ ਸਿੱਖਿਆ ਦਿੱਤੀ, ਉਹੀ ਸਿੱਖਿਆ ਉਹਨਾਂ ਨੇ ਵੀ ਅਪਣਾਉਣੀ ਸੀ ਤੇ ਅੱਗੇ ਦੇਣੀ ਸੀ। ਬਿਲਕੁਲ, ਉਸ ਤੋਂ ਵੱਖਰਾ ਤਾਂ ਉਹ ਚੱਲ ਨਹੀਂ ਸੀ ਸਕਦੇ। ਬਿਲਕੁਲ, ਤੇ ਇਹ ਡਿਊਟੀ ਉਹਨਾਂ ਨੇ ਜੋਤ ਉਹਾ ਉਹੀ ਜੁਗਤ ਜਿਹੜੀ ਹੈ ਗੁਰੂ ਨਾਨਕ ਤੋਂ ਗੁਰੂ ਅੰਗਦ ਤੇ ਗੁਰੂ ਅੰਗਦ ਤੋਂ ਗੁਰੂ ਅਮਰਦਾਸ ਵਿੱਚ ਆਂਦੀ ਤੇ ਗੁਰੂ ਰਾਮਦਾਸ ਵਿੱਚ ਆਂਦੀ ਹੈ। ਹਾਂਜੀ, ਤੇ ਉਹ ਜੁਗਤ ਸਾਰਾ ਗਿਆਨ ਜਿਹੜਾ ਹੈ, ਉਹ ਜਿਹੜਾ ਜ਼ਿੰਦਗੀ ਜੀਣ ਦਾ ਤਰੀਕਾ ਹੈ, ਉਹ ਵੀ ਬਾਬੇ ਨਾਨਕ ਤੋਂ ਗੁਰੂ ਅੰਗਦ ਤੇ ਗੁਰੂ ਅਮਰਦਾਸ ਤੇ ਗੁਰੂ ਅਮਰਦਾਸ ਤੇ ਸਾਰੇ ਗੁਰੂਆਂ ਤੱਕ ਉਹੀ ਚੀਜ਼ ਚੱਲਦੀ ਹੈ। ਉਹ ਜੋਤ ਹੈ, ਉਹ ਗਿਆਨ ਹੈ, ਉਹ ਜੁਗਤ ਹੈ। ਬਿਲਕੁਲ। ਇਹ ਫਿਰ ਗੁਰੂ ਅੰਗਦ ਸਾਹਿਬ ਜੀ ਦੇ ਸਥਾਨ ਤੇ ਜਿਹੜੀ ਜ਼ਿੰਮੇਵਾਰੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਦੋਂ ਸੰਭਾਲੀ ਹੈ ਜੀ? 1552 ਵਿੱਚ ਗੁਰੂ ਅੰਗਦ ਸਾਹਿਬ ਜੋਤੀ ਜੋਤ ਸਮਾਏ ਨੇ। ਠੀਕ ਹੈ। ਤੇ ਗੁਰੂ ਅਮਰਦਾਸ ਸਾਹਿਬ ਨੂੰ ਗੁਰਗੱਦੀ ਦੇ ਗਏ ਨੇ। ਅਗਲੇ 22 ਸਾਲ ਉਹਨਾਂ ਨੇ ਇਸ ਗੁਰਗੱਦੀ ਦੀ ਸੇਵਾ ਸੰਭਾਲੀ ਹੈ। ਯਾਨੀ ਪਹਿਲਾਂ ਵੀ 12 ਸਾਲ ਉਹ ਸੇਵਾ ਕਰਦੇ ਰਹੇ ਆ ਤੇ 22 ਸਾਲ 34 ਸਾਲ ਗੁਰੂ ਅਮਰਦਾਸ ਸਾਹਿਬ ਨੇ ਸਿੱਖ ਜਗਤ ਦੀ ਸੇਵਾ ਕੀਤੀ ਹੈ ਇਸ ਪੰਜ ਭੂਤਕ ਜਿਸਮ ਵਿੱਚ ਰਹਿੰਦੇ ਆ। ਤੋ ਇਹ ਸਾਰਾ ਸਮਾਂ ਜਿਹੜਾ ਉਹਨਾਂ ਨੇ ਜਦੋਂ ਖਡੂਰ ਸਾਹਿਬ ਵਿੱਚ ਗੁਰੂ ਅੰਗਦ ਸਾਹਿਬ ਸੀਗੇ, ਗੁਰਗੱਦੀ ਸੰਭਾਲਣ ਤੋਂ ਬਾਅਦ ਉਹ ਗੋਇੰਦਵਾਲ ਆ ਗਏ ਨੇ। ਗੋਇੰਦਵਾਲ ਉਸ ਵੇਲੇ ਕਿਹਾ ਜਾਂਦਾ ਗੁਰੂ ਅਮਰਦਾਸ ਸਾਹਿਬ ਨੇ ਵਸਾਇਆ, ਪਰ ਇਹ ਗੱਲ ਸਹੀ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਨੇ ਉਸ ਉਜੜੇ ਹੋਏ ਸ਼ਹਿਰ ਪਿੰਡ ਨੂੰ ਵਸਾਇਆ, ਇਹ ਤਾਂ ਮੰਨਿਆ ਜਾ ਸਕਦਾ ਹੈ, ਕਿਉਂਕਿ ਗੋਇੰਦਵਾਲ ਪੱਤਨ ਦਾ ਜ਼ਿਕਰ ਜਿਹੜਾ ਹੈ ਗੁਰੂ ਅਮਰਦਾਸ ਸਾਹਿਬ ਤੋਂ ਬਹੁਤ ਚਿਰ ਪਹਿਲਾਂ ਸਾਡੇ ਕੋਲ ਹਿਸਟਰੀ ਦੀਆਂ ਕਿਤਾਬਾਂ ਵਿੱਚ ਆਉਂਦੀਆਂ ਹੁੰਦਾ ਕਿ ਇੱਥੇ ਪੱਤਨ ਸੀ ਤੇ ਬਿਆਸ ਦਰਿਆ ਜਿਹੜਾ ਹੈ ਇਹ ਪਾਰ ਕਰਨ ਵਾਸਤੇ ਸਭ ਤੋਂ ਵਧੀਆ ਜਿਹੜੀ ਜਗ੍ਹਾ ਸੀ ਉਹ ਇਹ ਸੀ। ਫੌਜਾਂ ਵੀ ਤੇ ਵਪਾਰੀ ਟਾਂਡੇ ਸਨ, ਉਹ ਵੀ ਇੱਥੋਂ ਹੀ ਚੱਲਿਆ ਕਰਦੇ ਸਨ। ਤੋ ਗੁਰੂ ਅਮਰਦਾਸ ਸਾਹਿਬ ਨੇ ਗੋਇੰਦਵਾਲ ਨੂੰ, ਹੁਣ ਸਿੱਖੀ ਦਾ ਤੀਜਾ ਵੱਡਾ ਸੈਂਟਰ ਕਾਇਮ ਹੋਇਆ। ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ, ਗੁਰੂ ਅੰਗਦ ਸਾਹਿਬ ਦਾ ਖਡੂਰ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਦਾ ਜਿਹੜਾ ਹੈ ਉਹ ਗੋਇੰਦਵਾਲ ਜਿਹੜਾ ਹੈ ਸਿੱਖੀ ਦਾ ਇੱਕ ਮੇਜਰ ਸੈਂਟਰ ਬਣ ਗਿਆ। ਔਰ ਇੱਥੇ ਸੰਗਤ ਜਿਹੜੀ ਹੈ ਹੁਣ ਆਣੀ ਸ਼ੁਰੂ ਹੋ ਗਈ ਹੈ। ਹੁਣ ਪਿਛਲੇ 2 ਸੈਂਟਰ ਜਿਹੜੇ ਨੇ ਉਹ ਅਲੋਪ ਹੋ ਗਏ ਨੇ ਤੇ ਤੀਜਾ, ਕਿਉਂਕਿ ਸੈਂਟਰ ਇੱਕੋ ਹੀ ਰਹਿਣਾ ਹੈ, ਸਿੱਖੀ ਦਾ ਕੇਂਦਰ ਇੱਕੋ ਹੀ ਰਹਿਣਾ ਹੈ ਔਰ ਸਾਰੇ ਸਿੱਖਾਂ ਨੇ ਉਸੇ ਕੇਂਦਰ ਵੱਲ ਹੀ ਤੁਰਨਾ ਹੈ, ਉਸੇ ਧਰਮਸਾਲ ਵੱਲ ਹੀ ਤੁਰਨਾ ਹੈ, ਉਸੇ ਗੁਰੂ ਦੇ ਦੁਆਰ ਵੱਲ ਹੀ ਤੁਰਨਾ ਹੈ। ਅੱਛਾ ਵੀਰ ਜੀ, ਗੁਰੂ ਅਮਰਦਾਸ ਜੀ ਬਾਰੇ ਇੱਕ ਇਹ ਵੀ ਗੱਲ ਆਖੀ ਜਾਂਦੀ ਹੈ ਕਿ ਉਹ ਪਹਿਲਾਂ ਤੀਰਥਾਂ ਤੇ ਜਾਂਦੇ ਰਹੇ ਕਾਫੀ ਸਮਾਂ। ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ ਉਹ ਨਹੀਂ ਗਏ, ਪਰ ਗੁਰਬਾਣੀ ਵਿੱਚ ਲਿਖਿਆ ਮਿਲਦਾ ਕਿ ਗੁਰਗੱਦੀ ਮਿਲਣ ਤੋਂ ਬਾਅਦ ਵੀ ਉਹ ਤੀਰਥਾਂ ਉੱਪਰ ਗਏ ਨੇ। ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਧਰਨ ਅਰਥ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਗੁਰੂ ਅਮਰਦਾਸ ਸਾਹਿਬ ਤੀਰਥਾਂ ਤੇ ਜਾਂਦੇ ਰਹੇ ਨੇ ਗੁਰੂ ਅੰਗਦ ਸਾਹਿਬ ਦੇ ਕੋਲ ਆਉਣ ਤੋਂ ਪਹਿਲਾਂ, ਪਰ ਉਹਨਾਂ ਦਾ ਮਕਸਦ ਉਸ ਵੇਲੇ ਕਰਮ ਕਾਂਡ ਕਰਨਾ ਸੀ। ਠੀਕ, ਜਿਸ ਤਰ੍ਹਾਂ ਪੁਜਾਰੀਆਂ ਨੇ, ਬ੍ਰਾਹਮਣਾਂ ਨੇ ਸਿਖਾਇਆ ਸੀਗਾ ਵੀ ਜਾਓ ਮੱਥਾ ਟੇਕੋ ਤੇ ਪੁਜਾਰੀਆਂ ਨੂੰ ਦਕਸ਼ਨਾ ਦੇ ਕੇ ਆਓ ਤੇ ਕਰਮ ਕਾਂਡ ਕਰਦੇ ਰਹੇ ਆ। ਪਰ ਗੁਰਗੱਦੀ ਮਿਲਣ ਤੋਂ ਬਾਅਦ ਉਹ ਜਿਸ ਕੰਮ ਲਈ ਗਏ ਆ ਉਹ ਹੋਰ ਸੀ। ਉਹ ਤੀਰਥਾਂ ਦੀ ਯਾਤਰਾ ਵਾਸਤੇ ਨਹੀਂ ਸਨ ਗਏ, ਮੱਥਾ ਟੇਕਣ ਨਹੀਂ ਸਨ ਗਏ, ਕਰਮ ਕਾਂਡ ਕਰਨ ਨਹੀਂ ਗਏ ਸਨ, ਬਲਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜਾਇਆ ਕਰਦੇ ਸਨ, ਜਿੱਥੇ ਇਕੱਠ ਹੋਵੇ ਸੰਗਤ ਨੂੰ ਜਾ ਕੇ ਉਸ ਕਰਮ ਕਾਂਡ ਤੋਂ ਰੋਕਣਾ ਅਤੇ ਸੱਚੇ ਰੱਬ ਦੇ ਧਰਮ ਦੇ ਨਾਲ ਜੋੜਨਾ। ਤੋ ਜਿਹੜਾ ਗੁਰੂ ਅਮਰਦਾਸ ਸਾਹਿਬ ਬਾਅਦ ਵਿੱਚ ਗਏ ਨੇ, ਇੱਕ ਵਾਰੀ ਗਏ ਆ, ਔਰ ਉਸ ਦਾ ਮਕਸਦ ਇਹ ਸੀ ਵੀ ਲੋਕਾਂ ਨੂੰ ਸੱਚੇ ਧਰਮ ਦੇ ਨਾਲ ਜੋੜਨਾ, ਧਰਮ ਦਾ ਪ੍ਰਚਾਰ ਕਰਨਾ। ਪਹਿਲਾਂ ਕਰਮ ਕਾਂਡ ਵਾਸਤੇ ਜਾਂਦੇ ਸਨ, ਗੁਰਗੱਦੀ ਤੋਂ ਬਾਅਦ ਧਰਮ ਪ੍ਰਚਾਰ ਵਾਸਤੇ ਜਾਂਦੇ ਸਨ, ਜਿਹਦੇ ਨਾਲ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਨਾਲ ਜੋੜਿਆ। ਇਹਦਾ ਮਤਲਬ ਕਰਮ ਕਾਂਡੀ ਤੀਰਥ ਇਸ਼ਨਾਨ ਨੂੰ ਸਿੱਖ ਧਰਮ ਕੋਈ ਮਾਨਤਾ ਨਹੀਂ ਦਿੰਦਾ। ਬਿਲਕੁਲ, ਗੁਰੂ ਨਾਨਕ ਸਾਹਿਬ ਦਾ ਜਿਹੜਾ ਪਹਿਲਾ ਮੇਜਰ ਐਕਸ਼ਨ ਹੈ ਉਹਨਾਂ ਦੀ ਜ਼ਿੰਦਗੀ ਦਾ, ਜਨੇਊ ਪਾਉਣ ਤੋਂ ਨਾ ਕਰਨਾ, ਉਹ ਤੋਂ ਲੈ ਕੇ ਤੇ ਗੁਰੂ
ਅਮਰਦਾਸ ਸਾਹਿਬ ਦਾ ਇੱਥੋਂ ਤੱਕ ਦਾ ਸਾਰੇ ਸਫ਼ਰ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਜਿਹਦੇ ਵਿੱਚ ਕਰਮ ਕਾਂਡ ਨੂੰ ਰੱਦ ਕੀਤਾ ਹੈ। ਇਸ ਨੂੰ ਰਾਦਰ ਛੋਟੀ ਲੈ ਪਖੰਡਾ ਕਹਿ ਕੇ ਇਸ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਗਿਆ ਵੀ ਅਸਲ ਧਰਮ ਜੋ ਹੈ, ਧਰਮ ਦਾ ਮਤਲਬ ਹੀ ਹੈ ਧਾਰਨ ਕਰਨਾ ਕਿਸੇ ਚੀਜ਼ ਨੂੰ, ਚੰਗੀਆਂ ਕੁਆਲਿਟੀਜ਼ ਨੂੰ, ਚੰਗੇ ਗੁਣਾਂ ਨੂੰ, ਖੂਬੀਆਂ ਨੂੰ ਧਾਰਨ ਕਰਨਾ, ਅਕਾਲ ਪੁਰਖ ਦੇ ਗੁਣਾਂ ਨੂੰ ਧਾਰਨ ਕਰਨਾ। ਸੋ ਸਿੱਖੀ ਵਿੱਚ ਧਾਰਨ ਕਰਨਾ ਹੈ ਚੰਗੀਆਂ ਗੁਣਾਂ ਨੂੰ, ਨਾ ਕਿ ਇਹ ਕਰਮ ਕਾਂਡ ਦੀਆਂ ਕਾਰਵਾਈਆਂ ਕਰਨਾ। ਇਸੇ ਲਈ ਸ਼ਬਦ ਦੀ ਵਿਚਾਰ ਨੂੰ ਹੀ ਤੀਰਥ ਇਸ਼ਨਾਨ ਆਖਿਆ ਗਿਆ, ਜਾਂ ਰੱਬ ਦਾ ਨਾਮ ਜਪਣ ਨੂੰ ਵੀ ਤੀਰਥ ਇਸ਼ਨਾਨ ਆਖਿਆ ਗਿਆ। ਬਿਲਕੁਲ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਬਿਲਕੁਲ ਬਿਲਕੁਲ। ਪਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੌਲੀ ਦੀ ਸਥਾਪਨਾ ਕੀਤੀ, ਇਹ ਤੀਰਥਾਂ ਨਾਲੋਂ ਕਿਸ ਤਰ੍ਹਾਂ ਵੱਖ ਹੈ? ਗੁਰੂ ਅਮਰਦਾਸ ਸਾਹਿਬ ਨੇ ਬੌਲੀ ਇੱਕ ਤੀਰਥ ਦੇ ਤੌਰ ਤੇ ਕਾਇਮ ਨਹੀਂ ਕੀਤੀ, ਇਹ ਖਿਆਲ ਰੱਖਿਓ। ਠੀਕ ਹੈ ਕਿ ਜਿਸ ਤਰ੍ਹਾਂ ਮੌਕਾ ਸੀ ਉਸ ਵੇਲੇ ਪਾਣੀ ਦੀ ਕਮੀ ਸੀ, ਗੋਇੰਦਵਾਲ ਵਿੱਚ ਵੀ ਪਾਣੀ ਦੀ ਕਮੀ ਸੀ। ਪਾਣੀ ਦਰਿਆ ਵਿੱਚ ਤੇ ਬਹੁਤ ਹੈ, ਪਰ ਦਰਿਆ ਹਰ ਵੇਲੇ ਨਹੀਂ ਵਗਦਾ ਰਹਿੰਦਾ, ਦਰਿਆ ਵਿੱਚ ਹਰ ਵੇਲੇ ਦੂਰ ਲੋਕੀ ਨਹੀਂ ਜਾ ਸਕਦੇ। ਤੇ ਜਿਹੜੀ ਸੰਗਤ ਆਉਂਦੀ ਸੀ ਉਹਦੇ ਵਾਸਤੇ ਉਹਨਾਂ ਨੇ ਇੱਕ ਪਾਣੀ ਪੀਣ ਦੇ ਪਾਣੀ ਦਾ ਮਸਲਾ ਹੱਲ ਕਰਨ ਵਾਸਤੇ ਇੱਕ ਬੌਲੀ ਬਣਾਈ। ਬੌਲੀਆਂ ਬਣਾਉਣਾ, ਖੂਹ ਬਣਾਉਣਾ, ਇਸ ਸਰਾਵਾਂ ਬਣਾਉਣਾ, ਇਹ ਸਾਰੇ ਕੰਮ ਜਿਹੜੇ ਨੇ, ਨਗਰ ਵਸਾਉਣਾ ਤੇ ਜਿਹੜੇ ਸਰੋਵਰ ਬਣਾਉਣਾ, ਬਾਅਦ 'ਚ ਗੁਰੂ ਅਮਰਦਾਸ ਸਾਹਿਬ ਵੇਲੇ, ਗੁਰੂ ਰਾਮਦਾਸ ਸਾਹਿਬ ਵੇਲੇ, ਗੁਰੂ ਅਰਜਨ ਸਾਹਿਬ ਵੇਲੇ, ਗੁਰੂ ਹਰਗੋਬਿੰਦ ਸਾਹਿਬ ਵੇਲੇ, ਈਵਨ ਗੁਰੂ ਤੇਗ ਬਹਾਦਰ ਸਾਹਿਬ ਵੇਲੇ ਵੀ, ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਵੀ ਸਰੋਵਰ ਤੇ ਬੌਲੀਆਂ ਬਹੁਤ ਬਣਾਈਆਂ ਗਈਆਂ ਨੇ। ਔਰ ਉਹਨਾਂ ਦੇ ਬਣਾਉਣ ਦਾ ਮਕਸਦ ਸੀ ਲੋਕਾਂ ਦੇ ਪੀਣ ਦਾ ਪਾਣੀ ਔਰ ਨਹਾਉਣ ਦੇ ਪਾਣੀ ਦਾ ਮਸਲਾ ਹੱਲ ਕਰਨਾ। ਇਹ ਕੋਈ ਤੀਰਥ ਨਹੀਂ ਸਨ, ਇਹਨਾਂ ਦੇ ਕੋਈ ਚੁੜੀਆਂ ਲੈਣ ਦੇ ਨਾਲ ਕੋਈ ਇਹਦੇ 'ਚ ਇਹ ਅੰਮ੍ਰਿਤ ਨਹੀਂ ਹੁੰਦੀਆਂ, ਇਹ ਤਾਂ ਲੋਕਾਂ ਦੇ ਪਾਣੀ ਦਾ ਮਸਲਾ ਹੱਲ ਕਰਨ ਵਾਸਤੇ ਬਣਾਏ ਗਏ ਸਨ। ਹੁਣ ਤੁਸੀਂ ਗੱਲ ਕਰਦੇ ਹੋ 84 ਪੌੜੀਆਂ ਦੀ ਵੀ, ਅੱਜ ਕੱਲ੍ਹ ਲੋਕੀ ਕਈ ਗੱਲ ਕਰਦੇ ਨੇ ਬਈ ਬੌਲੀ ਦੀਆਂ 84 ਪੌੜੀਆਂ ਨੇ ਔਰ ਹਰ ਪੌੜੀ ਤੇ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ 84 ਕੱਟੀ ਜਾਂਦੀ ਹੈ। ਸਿੱਖੀ ਵਿੱਚ ਇਸ ਤਰ੍ਹਾਂ ਦੀ 84 ਕੱਟਣ ਦਾ ਕੋਈ ਕਾਨਸੈਪਟ ਨਹੀਂ, ਕੋਈ ਸਿਧਾਂਤ ਨਹੀਂ ਹੈ। ਸਿੱਖੀ 'ਚ ਤਾਂ ਮੁਕਤੀ ਦਾ ਸਿਧਾਂਤ ਵੀ ਜਿਹੜਾ ਉਹ ਵੱਖਰਾ ਹੈ, ਉਹਦੀ ਗੱਲ ਬਾਅਦ 'ਚ ਕਰਾਂਗਾ। ਇਹ ਜਿਹੜੀ 84 ਪੌੜੀਆਂ ਦੀ ਗੱਲ ਹੈ, ਪਹਿਲਾਂ 84 ਪੌੜੀਆਂ ਨਹੀਂ ਸਨ। ਜਦੋਂ ਤੱਕ ਇਹ ਕੱਚਾ ਸੀ, ਬੌਲੀ ਕੱਚੀ ਸੀ, ਇਸ ਦੀਆਂ ਬਹੁਤ ਘੱਟ ਪੌੜੀਆਂ ਸਨ। ਇਸ ਨੂੰ ਬਾਅਦ 'ਚ ਕੱਟ ਕੇ ਛੋਟਾ ਕਰਕੇ 84 ਬਣਾਤੀਆਂ ਗਈਆਂ। ਤੇ ਜਿਹੜੀ ਇਹ ਕਾਰਵਾਈ ਹੈ ਮਹੰਤਾਂ ਨੇ ਕੀਤੀ ਸੀ। ਨਾ ਗੁਰੂ ਸਾਹਿਬ ਵੇਲੇ 84 ਸਨ, ਨਾ ਮਹਾਰਾਜਾ ਰਣਜੀਤ ਸਿੰਘ ਵੇਲੇ ਸਨ। ਜਦੋਂ ਡੋਗਰਿਆਂ ਦੇ ਹੱਥ ਇੰਤਜ਼ਾਮ ਆਇਆ ਤੇ ਡੋਗਰਿਆਂ ਨੇ ਨਿਰਮਲਿਆਂ ਤੇ ਉਦਾਸੀਆਂ ਨੂੰ ਇਹਨਾਂ ਡੇਰਿਆਂ ਤੇ ਬਿਠਾਇਆ, ਗੁਰਦੁਆਰਿਆਂ ਤੇ ਬਿਠਾਇਆ, ਜਾਂ ਇਤਿਹਾਸਕ ਯਾਦਗਾਰਾਂ ਤੇ ਬਿਠਾਇਆ। ਇਹਨਾਂ ਨੇ ਲੋਕਾਂ ਤੋਂ ਚੰਦਾ ਇਕੱਠਾ ਕਰ ਲਈ, ਹੰਦਾ ਇਕੱਠਾ ਕਰ ਲਈ, ਮਾਇਆ ਇਕੱਠੀ ਕਰ ਲਈ, ਲੋਕਾਂ ਨੂੰ ਕਰਮ ਕਾਂਡ ਨਾਲ ਜੋੜਨ ਵਾਸਤੇ ਇਹੋ ਜਿਹੀਆਂ ਕਹਾਣੀਆਂ ਘੜ ਲਈਆਂ। ਤੁਹਾਨੂੰ ਹਰ ਗੁਰਦੁਆਰੇ ਤੇ ਬੋਰਡ ਇਸ ਤਰ੍ਹਾਂ ਦੇ ਮਿਲ ਜਾਣਗੇ ਜਿਹਦੇ ਤੇ ਇਸ ਤਰ੍ਹਾਂ ਦੀਆਂ ਗੱਪ ਕਹਾਣੀਆਂ ਲਿਖੀਆਂ ਹੋਈਆਂ ਨੇ, ਤਾਂ ਜੋ ਲੋਕਾਂ ਨੂੰ ਇਸ ਪਾਸੇ ਵੱਲ ਤੋਰਿਆ ਜਾ ਸਕੇ। ਤਾਂ ਇਹ ਗੱਲ ਗਲਤ ਹੈ ਕਿ 84 ਕੱਟਣ ਦੀ ਗੱਲ। ਬਾਕੀ ਸਿੱਖੀ ਵਿੱਚ 84 ਦਾ ਕਾਨਸੈਪਟ ਜਿਹੜਾ ਹੈ ਉਹ ਜਿਉਂਦਿਆਂ ਹੀ ਮੁਕਤੀ ਹਾਸਲ ਕਰਦਾ ਹੈ। ਜੀਵਨ ਮੁਕਤ ਸੋ ਆਖੀਐ, ਮਰ ਜੀਵਿਆ ਮਰਿਆ। ਬਿਲਕੁਲ, ਇਸ ਤਰ੍ਹਾਂ ਤਾਂ ਆਪਾਂ ਆਖ ਸਕਦੇ ਹਾਂ ਕਿ ਨਾ ਤਾਂ ਕੋਈ 84 ਲੱਖ ਜੂਨਾਂ ਨਾਲ ਸੰਬੰਧ ਆ ਇਹਦਾ, ਤੇ ਨਾ ਹੀ ਗਿਣਤੀ ਮਿਣਤੀ ਦੇ ਪਾਠਾਂ ਵਿੱਚ ਕੋਈ ਸਿੱਖੀ ਦਾ ਵਿਸ਼ਵਾਸ ਆ। ਹਾਂ, ਸਰੋਵਰਾਂ ਨੇ, ਬੌਲੀਆਂ ਨੇ ਜਾਤ ਪਾਤ ਦੇ ਬੰਧਨਾਂ ਨੂੰ ਜ਼ਰੂਰ ਖਤਮ ਕੀਤਾ। ਬਿਲਕੁਲ, ਜਿੱਥੇ ਪਾਣੀ ਦਾ, ਨਹਾਉਣ ਦਾ, ਪੀਣ ਦਾ ਮਸਲਾ ਹੱਲ ਕੀਤਾ, ਉੱਥੇ ਇਹ ਸੀ ਵੀ ਇਹ ਇੱਕ ਕਿਸੇ ਜ਼ਾਤ ਵਾਸਤੇ ਨਹੀਂ ਸਨ, ਵੱਖਰੇ ਸਰੋਵਰ ਨਹੀਂ ਸਨ। ਹਾਂਜੀ, ਸਰੋਵਰ ਸਾਰਿਆਂ ਦੇ ਵਾਸਤੇ ਸਾਂਝੇ ਸਨ। ਤੋ ਜਿੱਥੇ ਜ਼ਾਤ ਪਾਤ ਦੀ ਤੁਸੀਂ ਗੱਲ ਕਰਦੇ ਹੋ, ਇਹਦੇ ਨਾਲ ਹੀ ਗੁਰੂ ਅਮਰਦਾਸ ਸਾਹਿਬ ਦਾ ਇੱਕ ਬੜਾ ਵੱਡਾ ਹੋਰ ਐਕਸ਼ਨ ਹੈ ਕਿ ਲੰਗਰ ਦੀ ਉਹਨਾਂ ਨੇ ਜਿਹੜੀ ਗੁਰੂ ਨਾਨਕ ਸਾਹਿਬ ਦਾ ਸ਼ੁਰੂ ਕੀਤਾ ਸੀਗਾ ਲੰਗਰ ਦੀ ਰਵਾਇਤ, ਤੇ ਉਸ ਇੰਸਟੀਟਿਊਸ਼ਨ ਵਿੱਚ ਇੱਕ ਗੱਲ ਖਾਸ ਕੀਤੀ ਵੀ ਜਿਹੜਾ ਦਰਸ਼ਨ ਕਰਾਉਂਦਾ ਹੈ, ਸੰਗਤ ਦੇ ਦਰਸ਼ਨ ਕਰਨਾ ਹੁੰਦਾ ਹੈ, ਜਿਹੜਾ ਦੀਵਾਨ ਵਿੱਚ ਸ਼ਾਮਿਲ ਆਉਣਾ ਹੁੰਦਾ ਹੈ, ਉਹਦੇ ਵਾਸਤੇ ਪਹਿਲੀ ਸ਼ਰਤ ਹੈ ਕਿ ਪਹਿਲੇ ਪੰਗਤ ਪਾਛੇ ਸੰਗਤ। ਪੰਗਤ ਦਾ ਮਤਲਬ ਇਹ ਨਹੀਂ ਜ਼ਮੀਨ ਤੇ ਲਾਈਨ ਵਿੱਚ ਬੈਠਣਾ, ਪੰਗਤ ਦਾ ਮਤਲਬ ਇਹ ਸਾਰਿਆਂ ਦੇ ਨਾਲ ਬਰਾਬਰ ਬੈਠਣਾ। ਕੋਈ ਰਾਜਾ ਹੈ ਜਾਂ ਗੁਲਾਮ ਹੈ, ਵਜ਼ੀਰ ਹੈ ਜਾਂ ਅਹਿਲਕਾਰ ਹੈ, ਅਮੀਰ ਹੈ ਜਾਂ ਗਰੀਬ ਹੈ, ਔਰਤ ਹੈ ਜਾਂ ਮਰਦ ਹੈ, ਕੋਈ ਕਿਸੇ ਮੁਲਕ ਦਾ ਹੈ ਜਾਂ ਕਿਸੇ ਜ਼ਬਾਨ ਦਾ ਹੈ, ਕੋਈ ਫਰਕ ਨਹੀਂ ਹੈ। ਜਦ ਗੁਰੂ ਦੇ ਦਰਬਾਰ ਵਿੱਚ ਸਾਰੇ ਬਰਾਬਰ ਹਨ ਤੇ ਲੰਗਰ ਵਿੱਚ ਵੀ ਸਾਰੇ ਬਰਾਬਰ ਹਨ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਲੰਗਰ ਦੇ ਵਾਲੇ ਹਾਲ ਵਿੱਚ ਬਰਾਬਰ ਨੇ ਤੇ ਬਾਹਰ ਆ ਕੇ ਵੱਖਰੇ ਹੋ ਜਾਣ। ਇਹ ਇੱਕ ਸਿੱਖੀ ਦੀ ਕਲਚਰ ਸਿੱਖਣ ਦਾ ਸੈਂਟਰ ਹੈ। ਲੰਗਰ ਸਿੱਖੀ ਦੇ ਸੱਭਿਆਚਾਰ ਸਿੱਖਣ ਦੀ ਨੀਂਹ ਹੈ ਕਿ ਅਸੀਂ ਸਾਰੇ ਬਰਾਬਰ ਹਾਂ। ਸਾਡੇ ਕੋਲ ਅਕਬਰ ਬਾਦਸ਼ਾਹ ਦੀ ਕਹਾਣੀ ਹੈ, ਜਦੋਂ ਗੁਰੂ ਅਮਰਦਾਸ ਸਾਹਿਬ ਕੋਲ ਆਉਂਦਾ ਹੈ ਮਿਲਣ, ਤੇ ਉਸ ਨੂੰ ਪਹਿਲਾਂ ਬਾਕੀ ਸੰਗਤ ਦੇ ਨਾਲ ਬਰਾਬਰ ਬੈਠ ਕੇ ਲੰਗਰ ਛਕਣਾ ਪੈਂਦਾ ਹੈ।
ਸੋ ਇਹ ਜੇਕਰ ਇੱਕ ਬਾਦਸ਼ਾਹ ਨੂੰ ਇਸ ਤਰ੍ਹਾਂ ਦਾ ਜਿਹੜੀ ਕਿਹਾ ਜਾ ਸਕਦਾ ਹੈ, ਹਦਾਇਤ ਦਿੱਤੀ ਜਾ ਸਕਦੀ ਹੈ, ਬਾਦਸ਼ਾਹ ਵਾਸਤੇ ਵੀ ਉਹੀ ਸ਼ਰਤ ਹੈ ਜਿਹੜੀ ਆਮ ਬੰਦੇ ਵਾਸਤੇ ਸ਼ਰਤ ਹੈ। ਤੋ ਇਹ ਜਿਹੜਾ ਜ਼ਾਤ ਪਾਤ ਦਾ ਖਤਮ ਕਰਨ ਦਾ ਕੰਮ ਹੈ, ਬੌਲੀਆਂ ਸਰੋਵਰਾਂ ਤੇ ਲੰਗਰ ਨੇ ਬੜੀ ਬਖੂਬੀ ਕੀਤਾ ਹੈ। ਔਰ ਉਸ ਵੇਲੇ ਸਾਰੀ ਸਿੱਖ ਭਾਈਚਾਰੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਰਹਿ ਗਈ ਕਿ ਸਿੱਖ ਇੱਕ ਦੂਜੇ ਤੋਂ ਵੱਖਰਾ ਆਪਣੇ ਆਪ ਨੂੰ ਮਹਿਸੂਸ ਕਰਦਾ ਹੋਵੇ, ਉੱਚਾ ਜਾਂ ਨੀਵਾਂ, ਇਨਫੀਰੀਅਰਿਟੀ ਕੰਪਲੈਕਸ ਜਾਂ ਸੁਪੀਰੀਅਰਿਟੀ ਕੰਪਲੈਕਸ, ਦੋਨੇ ਤੋੜੇ ਉਹਨਾਂ ਨੇ। ਵੀਰ ਜੀ, ਕਿਸੇ ਵੀ ਕੌਮ ਦੀ ਘਾੜਤ ਵਿੱਚ ਔਰਤਾਂ ਦਾ ਮੁੱਖ ਯੋਗਦਾਨ ਹੁੰਦਾ ਹੈ। ਇਸ ਗੱਲ ਨੂੰ ਮੁੱਖ ਰੱਖਦੇ ਹੋਇਆ ਗੁਰੂ ਸਾਹਿਬਾਨ ਨੇ ਉਸ ਸਮੇਂ ਦੱਬੀ ਕੁਚਲੀ ਹੋਈ ਔਰਤ, ਜਿਸ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਉਹਦੀ ਹਾਲਤ ਸੁਧਾਰਨ ਦੇ ਲਈ ਕਾਫੀ ਯਤਨ ਕੀਤੇ। ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿੱਚ ਵੀ ਲਿਖਿਆ, ਸੋ ਕਿਉ ਮੰਦਾ ਆਖੀਏ ਜਤ ਜੰਮੈ ਰਾਜਾਨ। ਦੂਸਰੇ ਪਾਤਸ਼ਾਹ ਨੇ ਔਰਤ ਦੇ ਜੀਵਨ ਨੂੰ ਸੁਧਾਰਨ ਲਈ ਕਿੰਨੇ ਕੰਮ ਕੀਤੇ ਆਪਾਂ ਵਿਚਾਰ ਲਿਆ। ਤੀਸਰੇ ਪਾਤਸ਼ਾਹ ਨੇ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੀ ਕੰਮ ਕੀਤੇ? ਗੁਰੂ ਅਮਰਦਾਸ ਸਾਹਿਬ ਨੇ, ਜਿਸ ਤਰ੍ਹਾਂ ਪਹਿਲੇ ਦੋ ਗੁਰੂਆਂ ਨੇ ਔਰਤਾਂ ਦੇ ਵਾਸਤੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ, ਦੋ ਅਹਿਮ ਗੱਲਾਂ ਗੁਰੂ ਅਮਰਦਾਸ ਸਾਹਿਬ ਦੇ ਰੋਲ ਵਿੱਚ ਸ਼ਾਮਿਲ ਨੇ। ਪਹਿਲਾ ਤਾਂ ਇਹ ਹੈ ਕਿ ਉਹਨਾਂ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਦੇ ਹੱਕ ਦਿੱਤੇ। ਠੀਕ ਹੈ। ਉਹਨਾਂ ਦੀ ਕੋਸ਼ਿਸ਼ ਸੀ ਕਿ ਔਰਤਾਂ ਜਿਹੜੀਆਂ ਉਹ ਜ਼ਿੰਮੇਵਾਰੀਆਂ ਲੈਣ ਜਿਹੜੀਆਂ ਮਰਦ ਲੈਂਦੇ ਨੇ, ਸੇਮ ਜ਼ਿੰਮੇਵਾਰੀਆਂ ਨਹੀਂ, ਮਰਦਾਂ ਦੇ ਵਾਂਗ ਬਰਾਬਰ ਅੱਗੇ ਹੋ ਕੇ। ਮਿਸਾਲ ਵਜੋਂ ਪਹਿਲਾਂ ਇਹ ਰਿਵਾਜ ਸੀ ਵੀ ਔਰਤ ਪਰਦੇ ਵਿੱਚ ਰਿਹਾ ਕਰਦੀ ਸੀ, ਤੇ ਗੁਰੂ ਅਮਰਦਾਸ ਸਾਹਿਬ ਨੇ ਪਰਦਾ ਹਟਾ ਕੇ, ਹਾਲਾਂਕਿ ਦੇਖੋ ਬਾਦਸ਼ਾਹਾਂ ਦੇ ਘਰਾਂ ਵਿੱਚ ਵੀ ਪਰਦਾ ਸੀ, ਜੇ ਰਾਣੀ ਕਿਤੇ ਬਾਹਰ ਨਿਕਲਦੀ ਹੈ ਤਾਂ ਵੀ ਪਰਦਾ ਕਰਦੀ ਹੈ। ਤੇ ਗੁਰੂ ਅਮਰਦਾਸ ਸਾਹਿਬ ਦੇ ਦੀਵਾਨ ਵਿੱਚ ਹਰੀਪੁਰ ਦੇ ਰਾਜੇ ਦੀ ਰਾਣੀ ਜਦੋਂ ਆਉਂਦੀ ਹੈ ਤੇ ਗੁਰੂ ਸਾਹਿਬ ਨੂੰ ਉਸਨੂੰ ਹੀ ਕਹਿੰਦੇ ਹਨ ਕਿ ਪੁੱਤਰੀ ਬੇਟੀ, ਗੁਰੂ ਦਰਬਾਰ ਵਿੱਚ ਪਰਦਾ ਨਹੀਂ ਕਰਨਾ, ਔਰਤਾਂ ਮਰਦ ਦੇ ਬਰਾਬਰ ਹਨ, ਤੁਸੀਂ ਛੁਪ ਕੇ ਰਹਿਣ ਵਾਲੀਆਂ ਨਹੀਂ, ਤੁਸੀਂ ਬਿਲਕੁਲ ਬਰਾਬਰ ਦਾ ਰੋਲ ਅਦਾ ਕਰਨਾ ਹੈ। ਤੁਸੀਂ ਭੈਣਾਂ ਹੋ, ਮਾਵਾਂ ਹੋ, ਧੀਆਂ ਹੋ, ਤੇ ਨਾਲ ਹੀ ਤੁਸੀਂ ਸਮਾਜ ਨੂੰ ਸਿਰਜਣ ਵਾਲੀਆਂ ਵੀ ਹੋ। ਤਾਂ ਗੁਰੂ ਸਾਹਿਬ ਨੇ ਇਹ ਪਰਦੇ ਦੀ ਰਸਮ ਖਤਮ ਕਰਕੇ ਔਰਤਾਂ ਨੂੰ ਮਰਦ ਦੇ ਬਰਾਬਰ ਮੋਢੇ ਨਾਲ ਮੋਢਾ ਢਾ ਕੇ ਅੱਗੇ ਵਧਣ ਵਾਸਤੇ ਉਤਸ਼ਾਹਿਤ ਕੀਤਾ। ਦੂਜਾ, ਉਸ ਲਈ ਇੱਕ ਬੜੀ ਕਰੂਅਲ ਰਸਮ ਸੀ, ਮੈਂ ਤਾਂ ਇਸ ਨੂੰ ਕਰੂਅਲ ਆਖਾਂਗਾ, ਕਿ ਜਦੋਂ ਕੋਈ ਮਰ ਜਾਂਦਾ ਸੀ ਤਾਂ ਉਸ ਦੀ ਘਰਵਾਲੀ ਨੂੰ ਉਸ ਦੇ ਮਰਨ ਤੋਂ ਬਾਅਦ ਉਸ ਦੇ ਨਾਲ ਹੀ ਸਾੜ ਦਿੱਤਾ ਜਾਂਦਾ ਸੀ, ਜਿਹਨੂੰ ਸਤੀ ਦੀ ਰਸਮ ਕਹਿੰਦੇ ਹਨ। ਹਾਲਾਂਕਿ ਸਤੀ ਦੇ ਵਿੱਚ ਸ਼ਾਮਿਲ ਹੁੰਦਾ ਹੈ ਕਿ ਉਸ ਔਰਤ ਨੇ ਆਪਣੀ ਮਰਜ਼ੀ ਨਾਲ ਆਪਣੇ ਮਰਦ ਦੇ ਨਾਲ ਆਪਣੇ ਆਪ ਨੂੰ ਖਤਮ ਕੀਤਾ ਹੈ, ਪਰ ਜਦ ਕਿ ਗੱਲ ਨਹੀਂ ਸੀ। ਸਤੀ ਅਕਸਰ ਧੱਕੇ ਨਾਲ ਹੀ ਕੀਤਾ ਜਾਂਦਾ ਸੀ, ਔਰਤ ਦੀ ਖਾਹਿਸ਼ ਨਹੀਂ ਸੀ। ਤਾਂ ਗੁਰੂ ਅਮਰਦਾਸ ਸਾਹਿਬ ਨੇ ਸਤੀ ਦੀ ਰਸਮ ਨੂੰ ਬੰਦ ਕਰਨ ਵਾਸਤੇ ਆਪਣਾ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਉਹ ਪਾਇਆ। ਹੁਣ ਇੱਕ ਹੋਰ ਗੱਲ ਹੈ, ਤੁਹਾਨੂੰ ਹਿਸਟਰੀ ਵਿੱਚ ਇਹ ਤਾਂ ਮਿਲ ਜਾਵੇਗਾ ਕਿ ਅਕਬਰ ਨੇ ਵੀ ਸਤੀ ਦੀ ਰਸਮ ਬੰਦ ਕੀਤੀ ਸੀ, ਪਰ ਜਦੋਂ ਅਕਬਰ ਨੇ ਸਤੀ ਦੀ ਰਸਮ ਬੰਦ ਕੀਤੀ ਹੈ ਤਾਂ ਗੁਰੂ ਅਮਰਦਾਸ ਸਾਹਿਬ ਉਸ ਤੋਂ 20 ਸਾਲ ਪਹਿਲਾਂ ਇਸ ਰਸਮ ਨੂੰ ਖਤਮ ਕਰ ਚੁੱਕੇ ਸਨ। तो ये भी हो सकता है कि अकबर नूं भी ये खबर पहुंची होवे, या जदों गोइंदवाल आया है तो उसनूं पता लगा होवे कि गुरु अमरदास साहब ने सिखां विच सती दी रस्म नूं बंद कीता है, तो हो सकदा उसने इस उत्साह हेठ मुल्क विच कानून बनाउण दी गल कीती होवे। सो जे हिंदुस्तान नूं जिहड़े मुगल सल्तनत विच जेकर लोकां विच सती दी रस्म नूं खत्म करन दा रोल है तो यकीनन वो भी गुरु साहब दी देन है। गुरु नानक साहब ने सो के मंदा आखिए कहता, गुरु अंगद साहब दे माता खीवी लंगर दी सेवा विच वध तों वध हिस्सा पाउंदी है, बीबी अमरो रोल अदा करदी है, बीबी भानी जिहड़ी है गुरु अमरदास साहब दी बेटी रोल अदा करदी है, ते नाल ही उन्होंने सती दी रस्म बंद करके पर्दे दी रस्म बंद करके ते इस दे नाल ही उन्होंने जिन्हां औरतां नूं वध तों वध उत्साहित कीता जा सकदा सीगा वो रोल अदा करन वास्ते अगे लिआंदा। इस दे नाल वीर जी एक गल होर भी है इतिहास विच लिखी मिलदी है कि जदों गुरु जी ने प्रचार नूं मुख रखदिआं होइआं 22 मंजियां दी स्थापना कीती ते उहदे विच भी कुछ औरतां शामिल सन। बिल्कुल, जदों गुरु अमरदास साहब ने 22 मंजियां ते 52 पीढ़े, मंजी ते पीढ़ा पुराने ज़माने का कानसैप्ट सीगा, हुण तां ना पीढ़ियां नज़र आउंदियां ना मंजियां नज़र आउंदियां, जिहड़ा बदल गईयां ने। मंजी का मतलब हुंदा सीगा भी एक सेंटर कायम कर देना, भी इह थां ते बैठ के ते सिख धर्म का प्रचार किया जाएगा। पीढ़ा उस तो जो कोई छोटा सेंटर हुंदा सी ते उसनूं पीढ़ा कह दिता जांदा सीगा। तो गुरु अमरदास साहब ने जिहड़ियां 22 मंजियां 22 सेंटर कायम कीते, उन्हां विचों एक सेंटर जिहड़ा एक बीबी मत्थों नूं भी दिता सी, जिहड़ी कि बाद विच मुरारी नाल पहलां मुरारी नाल विआही जा चुकी सी। और ये विआह भी जिहड़ा है ना ये जात पात दे बंधन नूं तोड़ के कीता गया सी। तो गुरु अमरदास साहब ने जात पात नूं सिर्फ लंगर विच ही नहीं खत्म किया, ये
ਸੱਚੀ ਮੁੱਚੀ ਆਪਸ 'ਚ ਰਿਸ਼ਤੇ ਕਾਇਮ ਕਰਕੇ, ਇੱਕ ਨਹੀਂ ਸੱਚਨ ਸੱਚ ਭਾਈ ਦਾ ਵਿਆਹ ਵੀ ਜਿਹੜਾ ਹੈ ਉਹ ਜ਼ਾਤ ਪਾਤ ਦੇ ਬੰਧਨ ਨੂੰ ਤੋੜ ਕੇ ਕੀਤਾ ਗਿਆ ਸੀ। ਤਾਂ ਇਹ 22 ਮੰਜੀਆਂ ਸਨ ਜਿਹੜੀਆਂ ਕਿ ਇਸ ਸਾਰੇ ਉਪ ਮਹਾਦੀਪ ਵਿੱਚ, ਜਿਹਦੇ 'ਚ ਅਫਗਾਨਿਸਤਾਨ ਸੀ, ਈਰਾਨ ਸੀ, ਪੰਜਾਬ ਸੀ, ਪਾਕਿਸਤਾਨ ਸੀ ਔਰ ਸਾਊਥ ਇੰਡੀਆ ਸੀ, ਈਸਟ ਜਿਹੜਾ ਸੀ ਅਸਾਮ ਵਗੈਰਾ ਸੀ, ਹਰ ਪਾਸੇ ਸ਼੍ਰੀਲੰਕਾ ਸੀ, ਇਹ ਸਾਰੇ ਪਾਸੇ ਸਿੱਖਾਂ ਦੇ ਸੈਂਟਰ, ਕਿਉਂਕਿ ਸੰਗਤਾਂ ਕਾਇਮ ਹੋ ਚੁੱਕੀਆਂ ਸਨ, ਬੜੀ ਸੰਗਤ, ਛੋਟੀ ਸੰਗਤ, ਇਹ ਸਾਰੀਆਂ ਸੰਗਤਾਂ ਹੀ ਸਨ, ਧਰਮਸ਼ਾਲਾ ਕਾਇਮ ਹੋ ਚੁੱਕੀਆਂ ਸਨ। ਇਹਨਾਂ ਸਾਰਿਆਂ ਦੇ ਵਿੱਚ ਉਹਨਾਂ ਨੇ 22 ਸੈਂਟਰ ਕਾਇਮ ਕਰਕੇ ਉਹ ਸਾਰੇ ਸੈਂਟਰ ਵਿੱਚ ਇੱਕ ਗੱਦੀ, ਗੱਦੀ ਦਾ ਮਤਲਬ ਗੁਰਗੱਦੀ ਨਹੀਂ, ਗੱਦੀ ਦਾ ਮਤਲਬ ਇੱਕ ਸੈਂਟਰ ਹੈ ਜਿੱਥੋਂ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸਨ, ਸੇਵਾ ਕੀਤੀ ਜਾਂਦੀ ਸੀ। ਤਾਂ ਇਹ ਸੀ ਗੁਰੂ ਅਮਰਦਾਸ ਸਾਹਿਬ ਦੀ 22 ਮੰਜੀਆਂ ਦੀ ਤੇ 52 ਪੀੜ੍ਹੀਆਂ ਦੀ ਦੇਣ, ਤਾਂ ਕਿ ਸਾਰੀਆਂ ਸੰਗਤਾਂ ਆਪਣੇ ਕੇਂਦਰ ਦੇ ਨਾਲ ਜੁੜੀਆਂ ਰਹਿਣ। ਬਿਲਕੁਲ, ਇਹਦੇ ਨਾਲ ਵੀ ਸਾਰੀਆਂ ਸੰਗਤਾਂ ਸਿਰਫ ਉਸ ਜਿਹੜਾ ਪੀੜ੍ਹੀ ਤੇ ਬੈਠਾ ਹੈ, ਮੰਜੀ ਤੇ ਬੈਠਾ ਹੈ, ਉਹਦੇ ਨਾਲ ਹੀ ਨਹੀਂ ਜੁੜੀਆਂ, ਉਹਦੇ ਰਾਹੀਂ ਉਹਨਾਂ ਦਾ ਸਾਰੇ ਸਾਲ ਗੁਰੂ ਸਾਹਿਬ ਦੇ ਨਾਲ ਰਾਬਤਾ ਕਾਇਮ ਰਹਿੰਦਾ ਸੀ। ਸੰਗਤ ਦੇ ਸੁਨੇਹੇ ਗੁਰੂ ਸਾਹਿਬ ਨੂੰ ਪਹੁੰਚਦੇ ਸੀ, ਗੁਰੂ ਸਾਹਿਬ ਦੇ ਪੈਗਾਮ ਸੰਗਤ ਨੂੰ ਪਹੁੰਚਦੇ ਸੀ, ਸੰਗਤ ਦਾ ਜਿਹੜਾ ਸੰਬੰਧ ਹੈ ਗੁਰੂ ਸਾਹਿਬ ਨੂੰ ਪਹੁੰਚਦਾ ਸੀ, ਤੇ ਗੁਰੂ ਸਾਹਿਬ ਵੱਲੋਂ ਜਿਹੜੀ ਸੰਗਤਾਂ ਨੂੰ ਕਿਤੇ ਮਦਦ ਕੀਤੀ ਜਾਣੀ ਹੈ ਉਹ ਵੀ ਪਹੁੰਚਿਆ ਕਰਦੀ ਸੀ। ਤਾਂ ਯਾਨੀ ਕਿ ਸਿੱਖਾਂ ਦਾ ਗੁਰੂ ਸਾਹਿਬ ਦੇ ਨਾਲ ਇੱਕ ਇਸ ਤਰ੍ਹਾਂ ਦਾ ਇੱਕ ਭਾਈਚਾਰਕ ਸਾਂਝ, ਕੌਮੀ ਇਤਿਹਾਦ, ਇਕੱਠ, ਏਕਤਾ ਇਸ ਤਰ੍ਹਾਂ ਦੀ ਕਾਇਮ ਹੋ ਚੁੱਕੀ ਸੀ। ਇਸ ਤਰ੍ਹਾਂ ਦੇ ਸੰਬੰਧ ਆ ਜਿਹੜੇ ਹੋਰ ਗੂੜੇ ਕਰਨ ਵਾਸਤੇ ਗੋਇੰਦਵਾਲ ਸਾਹਿਬ ਵਿਖੇ ਕੁਝ ਦਿਨ ਵੀ ਮੁਕਰਰ ਕੀਤੇ ਗਏ ਸੀ ਸਾਲਾਨਾ। ਹਾਂਜੀ, ਗੁਰੂ ਅਮਰਦਾਸ ਸਾਹਿਬ ਨੇ ਸਾਲ ਵਿੱਚ 3 ਦਿਨ ਗੋਇੰਦਵਾਲ ਵਿੱਚ ਸਾਰੇ ਸਿੱਖਾਂ ਨੂੰ ਇਕੱਠੇ ਹੋਣ ਵਾਸਤੇ ਪੈਗਾਮ ਭੇਜੇ ਸਨ। ਸ਼ੁਰੂ ਤਾਂ ਨਹੀਂ, ਜਦੋਂ ਸੰਗਤ ਬਹੁਤ ਜ਼ਿਆਦਾ ਹੋ ਗਈ, 22 ਮੰਜੀਆਂ ਤੇ ਪੀੜੇ ਕਾਇਮ ਹੋ ਚੁੱਕੇ ਸਨ, ਤਾਂ ਗੁਰੂ ਅਮਰਦਾਸ ਸਾਹਿਬ ਨੇ ਪਹਿਲੀ ਮਾਘ, ਪਹਿਲੀ ਵਿਸਾਖ ਤੇ ਕੱਤਕ ਵਿੱਚ ਜਦੋਂ ਪੂਰਨਮਾਸ਼ੀ ਹੁੰਦੀ ਹੈ ਜਾਂ ਦੀਵਾਲੀ ਹੁੰਦੀ ਹੈ, ਇਹਨਾਂ ਦਿਨਾਂ ਵਿੱਚ ਉਹਨਾਂ ਨੇ 3 ਇਕੱਠ ਕਰਨੇ ਸ਼ੁਰੂ ਕੀਤੇ, ਤਾਂ ਜੋ ਕੋਈ ਜ਼ਰੂਰੀ ਨਹੀਂ ਵੀ ਸਾਰੀ ਸੰਗਤ ਇੱਕੋ ਮੌਕੇ ਤੇ ਆ ਸਕੇ। ਕੁਝ ਵਿਸਾਖੀ ਤੇ ਆ ਗਈਆਂ, ਕੁਝ ਮਾਘੀ ਤੇ ਆ ਗਈਆਂ, ਕੁਝ ਦੀਵਾਲੀ ਤੇ ਆ ਗਈਆਂ। ਉਹਨਾਂ ਨੇ ਇਹ ਦਿਨ ਇਸ ਕਰਕੇ ਨਹੀਂ ਚੁਣੇ ਵੀ ਇਹਨਾਂ ਦਿਨਾਂ ਦੀ ਕੋਈ ਅਹਿਮੀਅਤ ਸੀ, ਕਿਉਂਕਿ ਕੈਲੰਡਰ ਥੋੜ੍ਹਾ ਹੁੰਦੇ ਸੀ ਉਹਨਾਂ ਦਿਨਾਂ 'ਚ, ਤਾਂ ਲੋਕਾਂ ਨੂੰ ਪਤਾ ਸੀ ਵੀ ਅੱਜ ਪਹਿਲੀ ਮਾਘ ਆ ਗਈ, ਮਹੀਨਾ ਮਾਘ ਦਾ ਸ਼ੁਰੂ ਹੋ ਗਿਆ ਅੱਜ, ਕਿਉਂਕਿ ਵਾਢੀਆਂ ਕਰ ਲਈਆਂ ਤੇ ਵਿਸਾਖ ਵਿੱਚ ਪਹਿਲੀ ਵਿਸਾਖ ਆ ਗਈ ਹੈ। ਇੱਦਾਂ ਹੀ ਕੱਤਕ ਦਾ ਮਹੀਨਾ ਪਤਾ ਹੁੰਦਾ ਸੀ ਵੀ ਮੌਸਮ ਬਦਲ ਗਿਆ। ਦੇਖੋ, ਇਹ ਸਾਰੇ ਸੀਜ਼ਨਲ ਸਨ, ਇਹ ਮੌਸਮਾਂ ਦੇ ਹਿਸਾਬ ਨਾਲ ਉਹਨਾਂ ਨੇ ਰੱਖੇ ਸਨ। ਇੱਕ ਵਿਚਕਾਰ ਤੁਸੀਂ ਦੇਖੋ, ਵਿਸਾਖੀ ਤੇ ਅਕਤੂਬਰ, ਅਪ੍ਰੈਲ ਤੋਂ ਅਕਤੂਬਰ ਵਿਚਕਾਰ ਕੋਈ ਦਿਨ ਨਹੀਂ ਸੀ ਰੱਖਿਆ, ਕਿਉਂਕਿ ਇਹ ਚੁਮਾਸੇ ਦਾ ਪੀਰੀਅਡ ਹੁੰਦਾ ਸੀ, ਤੇ ਚੁਮਾਸੇ ਵਿੱਚ ਨਾ ਸਫ਼ਰ ਕੀਤਾ ਜਾ ਸਕਦਾ ਹੈ, ਮੀਂਹ ਪੈਂਦੇ ਨੇ ਜਾਂ ਫਿਰ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ। ਤਾਂ ਉਹਨਾਂ ਨੇ ਇਹ ਛੱਡ ਕੇ ਸਾਲ ਵਿੱਚ ਇਕੱਠ ਜਿਹੜੇ ਇਹ ਕੀਤੇ ਸਨ, ਬਰਾਬਰ ਦਾ ਸਮਾਂ ਰੱਖ ਕੇ ਕੀਤੇ ਸਨ। ਦਲਗੀਰ ਜੀ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦੇ ਵਾਂਗ ਗੁਰੂ ਅਮਰਦਾਸ ਜੀ ਵੀ ਘਰ-ਬਾਰ ਵਾਲੇ ਹੋਏ, ਪਰਿਵਾਰ ਵਾਲੇ ਹੋਏ, ਉਹਨਾਂ ਦੇ ਪਰਿਵਾਰ ਬਾਰੇ ਕੁਝ ਸਾਨੂੰ ਦੱਸੋ। ਗੁਰੂ ਅਮਰਦਾਸ ਸਾਹਿਬ ਦੇ 3 ਬੱਚੇ ਸਨ। ਠੀਕ ਹੈ। ਮੋਹਨ, ਮੋਹਰੀ 2 ਪੁੱਤਰ ਸਨ ਤੇ ਭਾਨੀ ਉਹਨਾਂ ਦੀ ਬੇਟੀ ਸੀ। ਕੁਝ ਸੋਮਿਆਂ ਵਿੱਚ ਦਾਨੀ ਦਾ ਵੀ ਜ਼ਿਕਰ ਹੈ। ਠੀਕ ਹੈ। ਜਦ ਕਿ ਸਾਡੇ ਕੋਲ ਪੁਰਾਣੇ ਜਿੰਨੇ ਵੀ ਸੋਮੇ ਨੇ ਉਹਦੇ 'ਚ ਦਾਨੀ ਦਾ ਨਾਂ ਨਹੀਂ ਆਉਂਦਾ, ਤੇ ਨਾ ਹੀ ਦਾਨੀ ਦਾ ਕਿਤੇ ਕੋਈ ਰੋਲ ਨਜ਼ਰ ਆਉਂਦਾ ਹੈ। ਠੀਕ ਹੈ। ਸਿਰਫ ਇੱਕ ਜਿਹੜੀ ਕਹਾਣੀ ਬਣਾਈ ਗਈ ਹੈ ਵੀ ਉਹ ਥੜਾ ਢਾਇਆ ਜਾ ਰਿਹਾ ਸੀਗਾ, ਕਦੇ ਬਣਾਉਂਦੇ ਸਨ, ਢਾਉਂਦੇ ਸਨ, ਤੇ ਭਾਈ ਜੇਠਾ ਦਾ ਤੇ ਭਾਈ ਦਾਨੀ ਦੇ ਘਰ ਵਾਲੇ ਦੇ ਵਿਚਕਾਰ ਗੱਦੀ ਦਾ ਮਸਲਾ ਸੀਗਾ, ਜਦ ਕਿ ਇਹ ਗੱਲਾਂ ਨਹੀਂ ਹਨ। ਅਸੀਂ ਇਹ ਜਾਣਦੇ ਹਾਂ ਕਿ ਗੁਰਗੱਦੀ ਇਸ ਤਰ੍ਹਾਂ ਨਹੀਂ ਦਿੱਤੀ ਜਾਂਦੀ ਸੀ ਤੇ ਨਾ ਹੀ ਦਿੱਤੀ ਗਈ ਹੈ। ਗੁਰਗੱਦੀ ਦੇਣ ਵਾਲੇ ਵੇਲੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ 'ਚ ਜ਼ਿਕਰ ਆਉਂਦਾ ਹੈ, ਮੋਹਰੀ ਪੁੱਤ ਸਨਮੁਖ ਹੋਆ। ਮੋਹਰੀ ਨੇ ਉਸੇ ਵੇਲੇ ਗੁਰੂ ਰਾਮਦਾਸ ਸਾਹਿਬ ਨੂੰ ਚੌਥਾ ਗੁਰੂ ਮੰਨ ਲਿਆ। ਰਾਮਦਾਸ ਸਾਹਿਬ ਪੈਰੀ ਪਾਏ ਜੀ। ਹਾਂ, ਪਰ ਮੋਹਨ ਜਿਹੜਾ ਉਸਨੇ ਇਸ ਤੇ ਥੋੜਾ ਜਿਹਾ ਰੈਜ਼ਿਸਟੈਂਸ ਸ਼ੋ ਕੀਤੀ ਹੈ। ਠੀਕ ਹੈ। ਔਰ ਤੀਜੀ ਉਹਨਾਂ ਦੀ ਭੈਣ ਸੀ ਭਾਨੀ, ਜਿਸ ਦੇ ਨਾਲ ਗੁਰੂ ਰਾਮਦਾਸ ਸਾਹਿਬ ਦੀ ਸ਼ਾਦੀ ਹੋਈ। ਸੋ ਇਹ ਸੀ ਉਹਨਾਂ ਦਾ ਪਰਿਵਾਰ, ਔਰ ਉਸ ਪਰਿਵਾਰ ਵਿੱਚੋਂ ਵੀ ਮੋਹਰੀ ਦਾ ਪਰਿਵਾਰ ਜਿਹੜਾ ਹੈ ਬਾਅਦ ਵਿੱਚ ਵੀ ਜਾ ਕੇ ਸਿੱਖੀ ਦੇ ਨਾਲ ਬਹੁਤ ਵੱਡਾ ਰੋਲ ਅਦਾ ਕਰਦਾ ਰਿਹਾ। ਤੇ ਮੋਹਰੀ ਪਰਿਵਾਰ ਵਿੱਚੋਂ ਹੀ ਸੀ ਜਿਹਨੇ ਸੱਦ ਲਿਖੀ ਹੈ, ਜਿਹਦੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ। ਬਾਬਾ ਸੁੰਦਰ ਜੀ। ਬਾਬਾ ਸੁੰਦਰ ਜੀ, ਉਹਨਾਂ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੋ ਅੰਤਮ ਸਮੇਂ ਦੀ ਗੱਲ ਕੀਤੀ, ਜਦੋਂ ਉਹਨਾਂ ਨੇ ਸਰੀਰ ਤਿਆਗਿਆ। ਹਾਂਜੀ, ਹੁਣ ਤੁਸੀਂ ਦੇਖੋ, ਅੰਤਮ ਸਮੇਂ ਦੀ ਗੱਲ ਹੈ, ਗੁਰੂ ਅਮਰਦਾਸ ਸਾਹਿਬ ਦੇ ਜੋਤੀ ਜੋਤ ਸਮਾਨ ਦੀ ਗੱਲ ਹੈ, ਚੜਾਈ ਕਰਨ ਦੀ ਗੱਲ ਹੈ। ਤੇ ਗੁਰੂ ਅਮਰਦਾਸ ਸਾਹਿਬ ਨੇ ਜਦੋਂ ਟੁਰਨ ਲੱਗੇ ਆ ਤੇ ਸਾਰਿਆਂ ਨੂੰ ਇਕੱਠੇ ਕਰਕੇ ਹਦਾਇਤਾਂ ਦਿੱਤੀਆਂ ਨੇ ਬਈ ਮੌਤ ਵੇਲੇ ਸਿੱਖ ਨੂੰ ਕਿਹੜੀਆਂ ਰਸਮਾਂ ਨਿਭਾਉਣੀਆਂ ਚਾਹੀਦੀਆਂ ਨੇ।
ਜਿਹੜੀ ਹੈ ਕਿ ਪਹਿਲਾਂ ਬਹੁਤ ਸਾਰੇ ਕਰਮਕਾਂਡੀ ਜਿਹੜੇ ਸਨ ਉਹ ਬੜੇ ਅਜੀਬ ਤਰ੍ਹਾਂ ਦੀਆਂ ਰਸਮਾਂ, ਵੈਣ ਪਾਉਣੇ, ਕੀਰਨੇ ਪਾਉਣੇ, ਦੁਖੀ ਹੋਣਾ, ਤੇ ਜਦ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਵੀ ਦੇਹ ਸੱਜਣ ਅਸੀਸਿਆ ਜੋ ਹੋਵੇ ਸਾਹਿਬ ਸਿਓ ਮੇਲ, ਘਰ ਘਰ ਇਹੋ ਪਹੁੰਚਾ ਸਦੇ ਨਿਤ ਪਵਨ, ਸੱਦਨਹਾਰਾ ਸਿਮਰਿਐ ਨਾਨਕ ਸੇਦੇ ਅਮਨ। ਉਹੀ ਗੱਲ ਹੈ, ਸੱਦਨਹਾਰਾ ਸਿਮਰਿਏ। ਗੁਰੂ ਅਮਰਦਾਸ ਸਾਹਿਬ ਨੇ ਜੋਤੀ ਜੋਤ ਸਮਾਨ ਵੇਲੇ ਜਿਹੜੀ ਹਦਾਇਤ ਦਿੱਤੀ ਹੈ ਕਿ ਮੇਰੇ ਜਾਣ ਤੋਂ ਬਾਅਦ ਤੁਸੀਂ ਰੋਣ ਵਾਲਾ, ਵਿਰਲਾਪ ਕਰਨ ਵਾਲਾ ਕੰਮ ਨਹੀਂ ਕਰਨਾ, ਕੀਰਤਨ ਕਰਨਾ ਹੈ, ਅਕਾਲ ਪੁਰਖ ਨੂੰ ਯਾਦ ਕਰਨਾ ਹੈ, ਉਹਦੀ ਮਹਿਮਾ ਕਰਨੀ ਹੈ, ਉਹਦੀ ਸਿਫਤ ਕਰਨੀ ਹੈ, ਉਹਨੂੰ ਮਨ ਵਿੱਚ ਵਸਾਉਣਾ ਹੈ। ਕਿਉਂਕਿ ਸਾਨੂੰ ਤਾਂ ਪਤਾ ਹੈ ਵੀ ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਜਿਵੇਂ ਬਾਬਾ ਸੁੰਦਰ ਜੀ ਨੇ ਵੀ ਲਿਖਿਆ ਵੀ ਉਹਨੂੰ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਜਾਂ ਇਸ ਤਰ੍ਹਾਂ ਲਿਖਿਆ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਬਿਲਕੁਲ, ਹਾਂਜੀ। ਸੋ ਗੁਰੂ ਅਮਰਦਾਸ ਸਾਹਿਬ ਨੇ ਜਿਹੜੀਆਂ ਹਦਾਇਤਾਂ ਦਿੱਤੀਆਂ ਨੇ, ਉਹ ਭਾਈ ਸੁੰਦਰ ਨੇ, ਜਿਹੜਾ ਕੁਛ ਸੋਮਿਆਂ 'ਚ ਉਹਨਾਂ ਦਾ ਪੋਤਾ ਤੇ ਕਈਆਂ 'ਚ ਉਹਨਾਂ ਦਾ ਪੜਪੋਤਾ ਲਿਖਿਆ ਗਿਆ, ਮੋਰੀ ਦੇ ਪਰਿਵਾਰ ਵਿੱਚੋਂ ਸੀਗਾ, ਤੇ ਉਹ ਉਸਨੇ ਜਿਹੜੀਆਂ ਕਲਮ ਬੰਦ ਕੀਤੀਆਂ ਨੇ ਉਹ ਹਦਾਇਤਾਂ ਹਰ ਇੱਕ ਸਿੱਖ ਵਾਸਤੇ ਨੇ, ਜਿਹੜੀਆਂ ਗੁਰੂ ਅਮਰਦਾਸ ਸਾਹਿਬ ਦੇ ਚਲਾਣਾ ਕਰਨ ਵੇਲੇ ਨਿਭਾਈਆਂ ਗਈਆਂ ਨੇ, ਸਿੱਖ ਨੇ ਉਹੀ ਨਿਭਾਉਣੀਆਂ ਹਨ। ਕਿਉਂਕਿ ਰੋਵਨਹਾਰ ਜਿਹੜੇ ਨੇ ਉਹਨਾਂ ਨੇ ਵੀ ਤੁਰ ਜਾਣਾ ਹੈ, ਰੋਵਨਹਾਰ ਵੀ ਊਠ ਸਦਾਈ। ਬਿਲਕੁਲ। ਸੋ ਇਹ ਹਨ ਗੁਰੂ ਅਮਰਦਾਸ ਸਾਹਿਬ ਵੇਲੇ ਦੀਆਂ ਉਹ ਗੱਲਾਂ ਜਿਹੜੀਆਂ ਕਿ ਸਿੱਖ ਨੇ ਆਪਣੇ ਪਰਿਵਾਰ ਵਿੱਚ ਕੋਈ ਚੜ੍ਹਾਈ ਕਰ ਜਾਵੇ ਤੇ ਉਹ ਨਿਭਾਉਣੀਆਂ ਤੇ ਅਪਣਾਉਣੀਆਂ ਹਨ। ਤੇ ਸਾਨੂੰ ਗੁਰੂਆਂ ਦਾ ਜੀਵਨ ਜਿਹੜਾ ਹੈ ਉਹਦੇ ਵਿੱਚੋਂ ਆਪਣਾ ਜੀਵਨ ਜਾਚ ਜਿਹੜਾ ਹੈ ਉਹ ਅਪਣਾਉਣਾ ਚਾਹੀਦਾ ਹੈ ਤੇ ਜ਼ਿੰਦਗੀ ਵਿੱਚ ਉਹਦੇ ਤੇ ਅਮਲ ਕਰਨ ਵਾਸਤੇ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ। ਸੱਦ ਬਾਣੀ ਦੇ ਰਾਹੀਂ ਸਾਨੂੰ ਇਹ ਵੀ ਸੁਨੇਹਾ ਦਿੱਤਾ ਗਿਆ ਕਿ ਬੰਦੇ ਨੇ ਜਦੋਂ ਸਰੀਰ ਤਿਆਗਤਾ ਤਾਂ ਉਹਦੀ ਮੁਰਦਾ ਦੇਹ ਨੂੰ ਆਪਾਂ ਕਿਸੇ ਵੀ ਤਰ੍ਹਾਂ ਸੰਭਾਲ ਲਈਏ, ਉਹਦੇ ਫੁੱਲ ਚੁਗਣੇ ਨਹੀਂ, ਫੁੱਲ ਚੁਗਣ ਦੀ ਕੋਈ ਜ਼ਰੂਰਤ ਨਹੀਂ, ਨਾ ਹੀ ਇਹਦਾ ਕੋਈ ਸੰਬੰਧ ਆਤਮਾ ਦੇ ਨਾਲ, ਬਲਕਿ ਕਿਸੇ ਵੀ ਤਰ੍ਹਾਂ ਆਪਾਂ ਮ੍ਰਿਤਕ ਦੇਹ ਨੂੰ ਵਿਲੇ ਲਾਉਣਾ। ਬਿਲਕੁਲ, ਇਹ ਬਾਣੀ ਕਹਿੰਦੀ ਹੈ ਕਿ ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਜਦੋਂ ਬੰਦੇ ਦੀ ਮੌਤ ਹੋ ਜਾਂਦੀ ਹੈ ਤੇ ਸਰੀਰ ਮਿੱਟੀ ਹੈ, ਪੰਜ ਤੱਤ ਆਪਣੇ ਤੱਤਾਂ ਵਿੱਚ ਸਮਾ ਜਾਂਦੇ ਹਨ। ਉਸ ਨੂੰ ਤੁਸੀਂ ਕਿਸੇ ਤਰ੍ਹਾਂ ਵੀ ਵਿਲੇ ਲਾ ਸਕਦੇ ਹੋ, ਡਿਸਪੋਜ਼ ਆਫ ਕਰ ਸਕਦੇ ਹੋ। ਤੇ ਜਿੱਦਾਂ ਸਿੱਖੀ 'ਚ ਆਮ ਤੌਰ 'ਤੇ ਸੰਸਕਾਰ ਕਰਨ ਦੀ ਗੱਲ ਹੈ, ਪਰ ਸਿੱਖੀ 'ਚ ਇਹ ਵੀ ਕੋਈ ਪਾਬੰਦੀ ਨਹੀਂ ਵੀ ਤੁਸੀਂ ਦਬਾ ਨਹੀਂ ਸਕਦੇ। ਮੰਨ ਲਓ ਸੰਸਕਾਰ ਦੀ ਸਿਚੁਏਸ਼ਨ ਨਹੀਂ ਤੇ ਤੁਸੀਂ ਦਬਾ ਵੀ ਸਕਦੇ ਹੋ, ਇਹ ਵੀ ਨਹੀਂ ਹੈ ਤੇ ਤੁਸੀਂ ਜਲਬੁਰਦ ਵੀ ਕਰ ਸਕਦੇ ਹੋ। ਸਿੱਖੀ 'ਚ ਕਿਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ। ਫਿਰ ਦੂਜੀ ਗੱਲ ਇਹ ਹੈ, ਜੇ ਸੰਸਕਾਰ ਕੀਤਾ ਹੈ ਤੇ ਉਹਨਾਂ ਅਸਥੀਆਂ ਵਿੱਚੋਂ ਤੁਸੀਂ ਜਿਹਨੂੰ ਫੁੱਲ ਚੁਗਣਾ, ਅਲੱਗ-ਅਲੱਗ ਕਰਨਾ ਕਹਿੰਦੇ, ਉਹ ਨਹੀਂ ਕਰਨਾ। ਸਾਰਾ ਅੰਗੀਠਾ ਪੂਰੇ ਦਾ ਪੂਰਾ ਹੀ ਸੰਭਾਲਣਾ ਹੈ ਤੇ ਉਸ ਨੂੰ ਨੇੜੇ ਦੇ ਵਗਦੇ ਦਰਿਆ ਵਿੱਚ, ਪਾਣੀ ਵਿੱਚ, ਨਹਿਰ ਵਿੱਚ ਬੁਰਦ ਕਰ ਦੇਣਾ। ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਦਾ ਵੀ ਜਿਹੜਾ ਹੈ ਅੰਗੀਠਾ ਦਰਿਆ ਬਿਆਸ ਵਿੱਚ ਹੀ ਬੁਰਦ ਕੀਤਾ ਗਿਆ ਸੀ। ਤੋ ਇੱਥੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਰੇ ਦੇ ਸਾਰੇ ਜਿਹੜੇ ਰਸਮ ਨੇ ਉਹ ਸਿੱਖਾਂ ਨੂੰ, ਗੁਰੂਆਂ ਨੂੰ ਵੇਖ ਕੇ ਹੀ ਨਿਭਾਉਣੇ ਚਾਹੀਦੇ, ਉਹਨਾਂ ਦਾ ਜੀਵਨ ਵੇਖ ਕੇ ਹੀ ਨਿਭਾਉਣੇ ਚਾਹੀਦੇ ਹਨ। ਗੁਰਬਾਣੀ ਦਾ ਪ੍ਰਮਾਣ ਆ ਕਿ ਮ੍ਰਿਤਕ ਦੇਹ ਨੂੰ ਕਈ ਸਾੜਦੇ ਨੇ, ਕਈ ਦੱਬਦੇ ਆ, ਕੋਈ ਪਾਣੀ ਵਿੱਚ ਰੋੜ ਦਿੰਦਾ, ਅਲੱਗ-ਅਲੱਗ ਤਰੀਕੇ ਆ। ਪਰ ਬੰਦੇ ਨੇ ਆਪਣੇ ਜੀਵਨ ਦੇ ਵਿੱਚ ਕੀ ਕੀਤਾ, ਉਹਨੇ ਕੰਮ ਕਿਹੋ ਜਿਹੇ ਕੀਤੇ, ਉਹਨੇ ਘਾਲਣਾ ਕਿਹੋ ਜਿਹੀ ਘਾਲੀ, ਵਕਤ ਇਸ ਗੱਲ ਦੀ ਆ, ਇਸ ਗੱਲ ਦੀ ਕੋਈ ਵਕਤ ਨਹੀਂ ਉਹਦੀ ਮ੍ਰਿਤਕ ਦੇਹ ਨੂੰ ਕਿਸ ਤਰ੍ਹਾਂ ਵਿਲੇ ਲਾਇਆ ਗਿਆ। ਗੁਰਬਾਣੀ ਦਾ ਪ੍ਰਮਾਣ ਆ, ਇੱਕ ਦੱਜੈ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਆਂ, ਇੱਕ ਭੀ ਫਿਰ ਹੱਸਣ ਪਾਹੇ। ਬਿਲਕੁਲ, ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ। ਤਾਂ ਇੱਥੋਂ ਤੱਕ ਆਪਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਬਾਰੇ ਵਿਚਾਰ ਕੀਤੀ ਆ। ਉਮੀਦ ਹੈ ਕਿ ਆਪ ਜੀ ਇਸ ਤੋਂ ਵੱਧ ਫਾਇਦਾ ਉਠਾਓਗੇ। ਇਸੇ ਕੜੀ ਦੇ ਤਹਿਤ ਅੱਗੇ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਬਾਰੇ ਵਿਚਾਰ ਕਰਾਂਗੇ। ਤਦ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੁਰਾਗਾ ਸੇਵੇ, ਜਿਸ ਮਸਤਕ ਭਾਗ